Hello students, today we will study a lesson for class 10th from your English notebook Footprints Without Feet. This is second chapter in your book. The name of the chapter is The Thief Story, written by Ruskin Bond. ਟਾਈਟਲ ਕਲੀਅਰ ਹੀ ਹੈ ਸਟੋਰੀ ਦਾ। ਇਹ ਇੱਕ ਚੋਰ ਦੀ ਕਹਾਣੀ ਹੈ ਤੇ ਇਸ ਵਿੱਚ ਚੋਰ ਖੁਦ ਹੀ ਨਰੇਟਰ ਹੈ ਤੇ ਉਹ ਆਪਣੀ ਸਟੋਰੀ ਆਪਾਂ ਨੂੰ ਸੁਣਾਵੇਗਾ। So in this lesson we will read the story, discuss difficult word meaning and I will explain the story to you. Let's begin the story. I was still a thief when I met Anil. ਆਈ ਇਸ ਵਿੱਚ ਕੌਣ ਹੈ? ਜੋ ਚੋਰ ਹੈ ਉਹੀ ਨਰੇਟਰ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਆਪਣੀ ਹੀ ਸਟੋਰੀ ਸੁਣਾ ਰਿਹਾ ਹੈ ਕਿ ਆਈ ਵਾਜ਼ ਸਟਿਲ ਅ ਥੀਫ, ਮੈਂ ਹਾਲੇ ਵੀ ਇੱਕ ਚੋਰ ਸੀ। ਵੈਨ ਆਈ ਮੈਟ ਅਨਿਲ, ਜਦੋਂ ਮੈਂ ਅਨਿਲ ਨੂੰ ਮਿਲਿਆ। ਐਂਡ ਦੋ ਓਨਲੀ 15, ਭਾਵੇਂ ਮੈਂ 15 ਸਾਲ ਦਾ ਸੀ। ਆਈ ਵਾਜ਼ ਐਨ ਐਕਸਪੀਰੀਅੰਸਡ ਐਂਡ ਫੇਅਰਲੀ ਸਕਸੈਸਫੁਲ ਹੈਂਡ, ਅਤੇ ਮੈਂ ਕੀ ਸੀ? ਬਹੁਤ ਜ਼ਿਆਦਾ ਤਜਰਬੇਕਾਰ ਸੀ। ਐਂਡ ਫੇਅਰਲੀ ਸਕਸੈਸਫੁਲ ਹੈਂਡ, ਫੇਅਰਲੀ ਸਕਸੈਸਫੁਲ ਹੈਂਡ ਕੀ ਹੁੰਦਾ ਹੈ? ਟੂ ਬੀ ਦਾ ਮਾਸਟਰ ਆਫ ਐਨੀ ਪਰਟੀਕੂਲਰ ਐਕਸ਼ਨ, ਕਿਸੇ ਵੀ ਐਕਸ਼ਨ ਦੇ ਵਿੱਚ ਜਦ ਮਾਸਟਰੀ ਹੋਵੇ, ਕਿਸੇ ਨੂੰ ਮਾਹਰ ਹੋਵੇ ਤਾਂ ਉਸਨੂੰ ਫੇਅਰਲੀ ਸਕਸੈਸਫੁਲ ਹੈਂਡ ਕਹਿ ਦਿੰਦੇ ਆ। ਕੀ ਕਹਿ ਰਿਹਾ ਚੋਰ? ਕਿ ਮੈਂ ਬਹੁਤ ਹੀ ਤਜਰਬੇਕਾਰ ਸੀ ਅਤੇ ਮੈਨੂੰ ਆਪਣੇ ਕੰਮ ਦੇ ਵਿੱਚ ਜਾਣੀ ਕਿ ਚੋਰੀ ਕਰਨ ਦੇ ਵਿੱਚ ਬੜੀ ਹੀ ਮੁਹਾਰਤ ਸੀ। Anil was watching a wrestling match when I approached him. ਕੀ ਕਹਿ ਰਿਹਾ ਚੋਰ? ਕਿ ਜਦ ਮੈਂ ਅਨਿਲ ਦੇ ਕੋਲ ਗਿਆ ਉਹ ਇੱਕ ਰੈਸਲਿੰਗ ਮੈਚ ਵੇਖ ਰਿਹਾ ਸੀ। He was about 25, a tall, lean fellow. ਅਨਿਲ ਕੀ ਸੀ? ਲਗਭਗ 25 ਕੁ ਸਾਲ ਦਾ ਸੀ ਅਤੇ ਲੰਮਾ, ਅਤੇ ਇੱਕ ਲੀਨ ਫੈਲੋ ਕੀ ਹੁੰਦਾ? ਦੁਬਲਾ ਪਤਲਾ, ਇੱਕ ਦੁਬਲਾ ਪਤਲਾ ਵਿਅਕਤੀ ਸੀ। And he looked easy going, kind and simple enough for my purpose. ਅਤੇ ਉਹ ਕੀ ਲੱਗਦਾ ਸੀ? ਬਹੁਤ ਜ਼ਿਆਦਾ ਈਜ਼ੀ ਗੋਇੰਗ ਕੀ ਹੁੰਦਾ ਹੈ? ਕਿਸੇ ਦੀਆਂ ਗੱਲਾਂ ਵਿੱਚ ਆ ਜਾਣ ਵਾਲਾ। ਕਾਇੰਡ ਸੀ, ਦਿਆਲੂ ਲੱਗਦਾ ਸੀ। ਐਂਡ ਸਿੰਪਲ ਇਨਫ ਫॉर ਮਾਈ ਪਰਪਸ। ਹੁਣ ਪਰਪਸ ਕੀ ਸੀ ਚੋਰ ਦਾ? ਚੋਰੀ ਕਰਨੀ। ਤੇ ਉਸਨੂੰ ਕੀ ਮਹਿਸੂਸ ਹੋ ਰਿਹਾ ਸੀ ਅਨਿਲ ਨੂੰ ਵੇਖ ਕੇ? ਕਿ ਉਹ ਆਸਾਨੀ ਨਾਲ ਹੀ ਉਸਨੂੰ ਆਪਣੀਆਂ ਗੱਲਾਂ ਵਿੱਚ ਲੈ ਲਵੇਗਾ, ਕਿਉਂਕਿ ਅਨਿਲ ਕੀ ਸੀ? ਕਾਫੀ ਦਿਆਲੂ ਜਿਹਾ ਵਿਅਕਤੀ ਲੱਗਦਾ ਸੀ। I had not had much luck of late and thought I might be able to get into the young man's confidence. ਚੋਰ ਕੀ ਕਹਿ ਰਿਹਾ ਹੈ? I had not had much luck of late. ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਕੁਝ ਸਮੇਂ ਤੋਂ ਕੀ ਸੀ? ਇਸ ਚੋਰ ਦੀ ਕੋਈ ਜ਼ਿਆਦਾ ਵਧੀਆ ਕਿਸਮਤ ਨਹੀਂ ਰਹੀ ਸੀ। ਸ਼ਾਇਦ ਕੋਈ ਚੋਰੀ ਨਹੀਂ ਕਰ ਸਕਿਆ ਹੋਣਾ ਇਹ। ਐਂਡ ਥੋਟ ਆਈ ਮਾਈਟ ਬੀ ਏਬਲ, ਅਤੇ ਕੀ ਸੋਚ ਰਿਹਾ ਸੀ? ਸ਼ਾਇਦ ਮੈਂ ਹੁਣ ਯੋਗ ਹੋ ਜਾਵਾਂ ਟੂ ਗੈਟ ਇਨਟੂ ਦਾ ਯੰਗ ਮੈਨਸ ਕੌਨਫੀਡੈਂਸ, ਇਸ ਯੰਗ ਮੈਨ ਦਾ ਯਾਨੀ ਕਿ ਅਨਿਲ ਦਾ ਵਿਸ਼ਵਾਸ ਜਿੱਤਣ ਵਿੱਚ ਸ਼ਾਇਦ ਮੈਂ ਸਫਲ ਹੋ ਜਾਵਾਂ। ਕਿਉਂਕਿ ਅਨਿਲ ਕੀ ਲੱਗਦਾ ਸੀ? ਬੜਾ ਹੀ ਇੱਕ ਭੋਲਾ ਭਾਲਾ ਜਿਹਾ ਅਤੇ ਕਾਇੰਡ ਵਿਅਕਤੀ ਲੱਗ ਰਿਹਾ ਸੀ। ਅਤੇ ਇਹ ਚੋਰ ਕੀ ਸੋਚ ਰਿਹਾ ਕਿ ਸ਼ਾਇਦ ਮੈਂ ਅਨਿਲ ਦਾ ਕੌਨਫੀਡੈਂਸ ਜਿੱਤਣ ਦੇ ਵਿੱਚ ਸਫਲ ਹੋ ਜਾਵਾਂ, ਉਸਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਵਾਂ। ਕੀ ਕਹਿ ਰਿਹਾ ਹੁਣ ਚੋਰ ਅਨਿਲ ਨੂੰ? ਕੀ ਕਹਿ ਰਿਹਾ ਹੈ? ਯੂ ਲੁੱਕ ਅ ਬਿਟ ਆਫ ਅ ਰੈਸਲਰ ਯੂਅਰਸੈਲਫ, ਤੁਸੀਂ ਕੀ ਲੱਗਦੇ ਹੋ? ਇੱਕ ਰੈਸਲਰ ਹੀ ਲੱਗ ਰਹੇ ਹੋ। ਆਈ ਸੈਡ, ਆਈ ਕੌਣ ਹੈ? ਜੋ ਚੋਰ ਹੈ ਉਹ ਹੈ। ਕੀ ਕਹਿ ਰਿਹਾ ਅਨਿਲ ਨੂੰ? ਕਿ ਤੁਸੀਂ ਤਾਂ ਬਿਲਕੁਲ ਇੱਕ ਰੈਸਲਰ ਹੀ ਲੱਗ ਰਹੇ ਹੋ। ਆ ਲਿਟਲ ਫਲੈਟਰੀ ਹੈਲਪਸ ਇਨ ਮੇਕਿੰਗ ਫਰੈਂਡਸ। ਫਲੈਟਰੀ ਕੀ ਹੁੰਦਾ ਹੈ? ਐਗਜ਼ੈਸਿਵ ਐਂਡ ਇਨਸੰਸੀਅਰ ਪ੍ਰੇਜ਼, ਕਿਸੇ ਦੀ ਬਹੁਤ ਜ਼ਿਆਦਾ ਜਦੋਂ ਇਨਸੰਸੀਅਰ ਪ੍ਰੇਜ਼ ਕਰਦੇ ਆ ਨਾ, ਪ੍ਰਸ਼ੰਸਾ ਕਰਦੇ ਆ। ਗਿਵਨ ਸਪੈਸ਼ਲੀ ਟੂ ਫਰਦਰ ਵਨਸ ਓਨ ਇੰਟਰਸਟ, ਆਪਣੇ ਇੰਟਰਸਟ ਨੂੰ ਪੂਰਾ ਕਰਨ ਦੇ ਲਈ ਕਿਸੇ ਦੀ ਜਦ ਝੂਠੀ ਚਾਪਲੂਸੀ ਕੀਤੀ ਜਾਂਦੀ ਆ ਉਸਨੂੰ ਫਲੈਟਰੀ ਕਹਿੰਦੇ ਆ। ਆ ਲਿਟਲ ਫਲੈਟਰੀ ਹੈਲਪਸ ਇਨ ਮੇਕਿੰਗ ਫਰੈਂਡਸ। ਤਾਂ ਚੋਰ ਨੇ ਕੀ ਸੋਚਿਆ ਵੀ ਜੇਕਰ ਮੈਂ ਅਨਿਲ ਦੀ ਕੁਝ ਕੁ ਚਾਪਲੂਸੀ ਸ਼ਾਇਦ ਕਰ ਦੇਵਾਂ ਤੇ ਸ਼ਾਇਦ ਅਨਿਲ ਦੇ ਨਾਲ ਮੈਂ ਦੋਸਤੀ ਕਰ ਲਵਾਂ। ਇਸ ਲਈ ਉਸਨੂੰ ਕੀ ਕਹਿੰਦਾ ਹੈ ਚੋਰ? ਕਿ ਤੁਸੀਂ ਤਾਂ ਬਿਲਕੁਲ ਰੈਸਲਰ ਹੀ ਲੱਗ ਰਹੇ ਹੋ। ਸੋ ਡੂ ਯੂ, ਹੀ ਰਿਪਲਾਈਡ। ਅਨਿਲ ਨੇ ਉਸਨੂੰ ਕੀ ਰਿਪਲਾਈ ਕੀਤਾ? ਤੁਸੀਂ ਵੀ ਲੱਗਦੇ ਹੋ। ਵਿਚ ਪੁੱਟ ਮੀ ਆਫ ਫॉर ਅ ਮੋਮੈਂਟ ਬਿਕੋਜ਼ ਐਟ ਦੈਟ ਟਾਈਮ ਆਈ ਵਾਜ਼ ਰਾਦਰ ਥਿਨ। ਹੁਣ ਚੋਰ ਕੀ ਕਹਿ ਰਿਹਾ ਹੈ ਇਸ ਗੱਲ ਨੇ? ਕਿ ਜਦ ਅਨਿਲ ਨੇ ਵੀ ਕਹਿ ਦਿੱਤਾ ਕਿ ਤੁਸੀਂ ਵੀ ਰੈਸਲਰ ਹੀ ਲੱਗਦੇ ਹੋ, ਤਾਂ ਇਸ ਗੱਲ ਨੇ ਕੀ ਕਰ ਦਿੱਤਾ ਉਸਨੂੰ? ਪੁੱਟ ਮੀ ਆਫ ਕੀ ਹੁੰਦਾ ਹੈ? ਥੋੜਾ ਜਿਹਾ ਹਰਟ ਜੇ ਕੀਤੀ ਗੱਲ। ਇਹ ਉਸਨੂੰ ਮਹਿਸੂਸ ਹੋਈ ਗੱਲ
ਚੋਰ ਨੂੰ ਮਹਿਸੂਸ ਹੋਈ ਕਿ ਮੈਂ ਤਾਂ ਰੈਸਲਰ ਕਿਵੇਂ ਲੱਗਾਂਗਾ, ਮੈਂ ਤਾਂ ਬਹੁਤ ਕਮਜ਼ੋਰ ਹਾਂ। ਤਾਂ ਉਸਨੂੰ ਇਹ ਗੱਲ ਉਸਦੇ ਦਿਲ ਨੂੰ ਲੱਗ ਗਈ, ਕਿਉਂਕਿ ਉਸਨੇ ਝੂਠੀ ਤਾਰੀਫ ਕੀਤੀ ਸੀ ਅਨਿਲ ਦੀ ਕਿ ਤੁਸੀਂ ਰੈਸਲਰ ਲੱਗਦੇ ਹੋ, ਤੇ ਉਲਟਾ ਅਨਿਲ ਨੇ ਵੀ ਉਸਨੂੰ ਕੀ ਕਹਿ ਦਿੱਤਾ ਕਿ ਤੁਸੀਂ ਵੀ ਤਾਂ ਲੱਗਦੇ ਹੋ ਨਾ। ਤਾਂ ਇਸ ਗੱਲ ਨੂੰ ਕੀ ਲੈ ਲਿਆ ਉਸਨੇ, ਆਪਣੇ ਦਿਲ ਤੇ ਲੈ ਲਿਆ ਉਸ ਚੋਰ ਨੇ, ਤੇ ਕੀ ਮਹਿਸੂਸ ਕੀਤਾ ਕਿ ਅਨਿਲ ਸ਼ਾਇਦ ਉਸਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਇਹ ਲੜਕਾ ਸੀ ਜੋ 15 ਕੁ ਸਾਲ ਦਾ, ਇਹ ਚੋਰ ਹੈ ਜੋ ਉਸ ਸਮੇਂ ਕੀ ਸੀ, ਬਹੁਤ ਜ਼ਿਆਦਾ ਪਤਲਾ ਸੀ। ਵੈਲ ਆਈ ਸੈਡ ਮੋਡੈਸਟਲੀ ਆਈ ਡੂ ਰੈਸਲ ਅ ਬਿਟ। ਤੇ ਚੋਰ ਨੇ ਕੀ ਕਹਿ ਦਿੱਤਾ, ਆਪਣੀ ਚੋਰ ਸਟੋਰੀ ਸੁਣਾ ਰਿਹਾ ਨਾ, ਕੀ ਕਹਿੰਦਾ, ਮੈਂ ਕੀ ਮੋਡੈਸਟਲੀ ਕੀ ਹੈ, ਇਨ ਹੰਬਲ ਮੈਨਰ, ਬੜੇ ਹੀ ਨਰਮ ਜਿਹੇ ਤਰੀਕੇ ਨਾਲ ਕਹਿੰਦਾ, ਮੈਂ ਕੀ ਕਹਿ ਦਿੱਤਾ ਕਿ ਮੈਂ ਕੁਝ ਕੁ ਰੈਸਲਿੰਗ ਕਰ ਲੈਂਦਾ ਹਾਂ। ਉਸ ਤੋਂ ਬਾਅਦ ਅਨਿਲ ਨੇ ਉਸਨੂੰ ਕੀ ਪੁੱਛਿਆ, ਵਾਟ ਯੂਅਰ ਨੇਮ, ਤੁਹਾਡਾ ਨੇਮ ਕੀ ਹੈ? ਹਰੀ ਸਿੰਘ। ਆਈ ਲਾਈਡ। ਚੋਰ ਕੀ ਕਹਿ ਰਿਹਾ ਕਿ ਮੈਂ ਉਸਨੂੰ, ਅਨਿਲ ਨੂੰ ਝੂਠ ਹੀ ਬੋਲ ਦਿੱਤਾ ਕਿ ਮੇਰਾ ਨਾਮ ਹਰੀ ਸਿੰਘ ਹੈ। ਆਈ ਟੁੱਕ ਅ ਨਿਊ ਨੇਮ ਐਵਰੀ ਮੰਥ, ਮੈਂ ਹਰ ਮਹੀਨੇ ਇੱਕ ਨਵਾਂ ਨਾਮ ਰੱਖ ਲੈਂਦਾ ਸੀ। ਦੈਟ ਕੈਪਟ ਮੀ ਅਹੈਡ ਆਫ ਦਾ ਪੁਲਿਸ ਐਂਡ ਮਾਈ ਫਾਰਮਰ ਐਮਪਲੋਇਰਸ, ਜਿਹੜੀ ਗੱਲ ਕੀ ਹੈ, ਮੈਨੂੰ ਪੁਲਿਸ ਤੋਂ ਅਤੇ ਮੇਰੇ ਪਹਿਲਾਂ ਦੇ ਐਮਪਲੋਇਰਸ ਤੋਂ, ਜਿਨ੍ਹਾਂ ਕੋਲ ਇਹ ਨੌਕਰੀ ਕਰਦਾ ਰਿਹਾ ਸੀ ਨਾ, ਉਹਨਾਂ ਤੋਂ ਕੀ ਹੈ, ਇਸ ਨੂੰ ਅਵੇ ਰੱਖਦੀ ਸੀ, ਅਹੈਡ ਰੱਖਦੀ ਸੀ, ਉਹਨਾਂ ਦੇ ਇਹ ਕੀ ਹੈ, ਪਕੜ ਵਿੱਚ ਨਹੀਂ ਆਉਂਦਾ ਸੀ, ਕਿਉਂਕਿ ਜਿੱਥੇ ਵੀ ਇਹ ਨੌਕਰੀ ਕਰਦਾ ਰਿਹਾ ਸੀ ਚੋਰ, ਉੱਥੋਂ ਕੀ ਹੈ, ਆਪਣੇ ਐਮਪਲੋਇਰ ਨੂੰ, ਆਪਣੇ ਮਾਲਕ ਨੂੰ ਕੀ ਹੈ, ਠੱਗ ਕੇ ਜਾਂ ਉਸ ਤੋਂ ਚੋਰੀ ਕਰਕੇ ਹੀ ਉੱਥੋਂ ਦੌੜਦਾ ਸੀ, ਅਤੇ ਉਸ ਤੋਂ ਬਾਅਦ ਕੀ ਕਰਦਾ ਸੀ, ਆਪਣਾ ਨਾਮ ਹੀ ਚੇਂਜ ਕਰ ਲੈਂਦਾ ਸੀ। ਇਸ ਦੇ ਨਾਲ ਕੀ ਹੈ, ਜਦ ਉਹ ਐਮਪਲੋਇਰ ਸਨ, ਇਹ ਨਾਮ ਜੋ ਇਹ ਦੱਸਿਆ ਹੁੰਦਾ ਸੀ ਇਸਨੇ ਐਮਪਲੋਇਰਸ ਨੂੰ, ਆਪਣਾ ਨਾਮ ਪੁਲਿਸ ਕੋਲ ਦੱਸਦੇ, ਤਾਂ ਫਿਰ ਵੀ ਇਹ ਕੀ ਹੈ, ਫੜਿਆ ਨਹੀਂ ਜਾਂਦਾ ਸੀ, ਕਿਉਂਕਿ ਹਰ ਮਹੀਨੇ ਇਹ ਆਪਣਾ ਨਾਮ ਹੀ ਚੇਂਜ ਕਰ ਲੈਂਦਾ ਸੀ ਜਦੋਂ ਵੀ ਉੱਥੋਂ ਕੋਈ ਚੋਰੀ ਕਰਕੇ ਇਹ ਦੌੜ ਆਉਂਦਾ ਸੀ। ਆਫਟਰ ਦਿਸ ਇੰਟਰੋਡਕਸ਼ਨ, ਜਦੋਂ ਇਹਨਾਂ ਦੋਵਾਂ ਦੇ ਵਿੱਚ, ਅਨਿਲ ਵਿੱਚ ਅਤੇ ਉਸ ਚੋਰ ਵਿੱਚ ਇੰਟਰੋਡਕਸ਼ਨ ਹੋ ਜਾਂਦੀ ਹੈ, ਅਨਿਲ ਟਾਕਡ ਅਬਾਊਟ ਦਾ ਵੈਲ oiled wrestlers who were grunting, lifting and throwing each other about। ਉਸ ਤੋਂ ਬਾਅਦ ਅਨਿਲ ਨੇ ਇਸ ਨਾਲ ਕਿਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਵੈਲ oiled wrestlers ਦੀਆਂ। ਵੈਲ oiled wrestlers ਕੌਣ ਹੁੰਦੇ ਆ? ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਰੈਸਲਿੰਗ ਦੇ ਮੈਦਾਨ ਦੇ ਵਿੱਚ ਜੋ ਰੈਸਲਰਸ ਹੁੰਦੇ ਆ, ਕੁਸ਼ਤੀ ਕਰਦੇ ਆ, ਆਪਣੀ ਬਾਡੀ ਦੇ ਉੱਪਰ ਤੇਲ ਲਗਾ ਲੈਂਦੇ ਆ ਤਾਂ ਕਿ ਕੀ ਆ, ਉਹ ਆਪਣੇ ਓਪੋਨੈਂਟ ਰੈਸਲਰ ਦੀ ਪਕੜ ਵਿੱਚ ਨਾ ਆਉਣ, ਉਸਦੀ ਗ੍ਰਿਪ ਦੇ ਵਿੱਚ ਨਾ ਆਉਣ। ਤੇ ਅਨਿਲ ਇਹੋ ਜਿਹੇ ਰੈਸਲਰਸ ਦੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤਾ ਜੋ ਕੀ ਹੈ, ਗਰੰਟਿੰਗ ਕਰਦੇ ਹੋਏ। ਗਰੰਟਿੰਗ ਕੀ, ਜਦੋਂ ਰੈਸਲਿੰਗ ਕਰਦੇ ਆ ਨਾ, ਤਾਂ ਇੱਕ ਦੂਜੇ ਦੇ ਵਿਰੁੱਧ ਉਹ ਕੁਝ ਕੁ ਆਵਾਜ਼ਾਂ ਕੱਢਦੇ ਹਨ, ਕਲੀਅਰ। ਤੇ ਲਿਫਟਿੰਗ ਐਂਡ ਥਰੋਇੰਗ ਈਚ ਅਦਰ ਅਬਾਊਟ, ਉਹ ਤੇ ਉਹ ਕੀ ਹੁੰਦੇ ਆ, ਇੱਕ ਦੂਜੇ ਨੂੰ ਇੱਧਰ ਉੱਧਰ ਸੁੱਟ ਰਹੇ ਹੁੰਦੇ ਆ, ਪਟਕ ਰਹੇ ਹੁੰਦੇ ਆ। ਜਦ ਅਨਿਲ ਨੇ ਇਹੋ ਜਿਹੇ ਰੈਸਲਰਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ, ਤੇ ਉਸ ਤੋਂ ਬਾਅਦ ਕੀ ਹੋਇਆ, ਆਈ ਡਿਡ ਨਾਟ ਹੈਵ ਮਚ ਟੂ ਸੇ। ਹੁਣ ਇਹ ਚੋਰ ਕੀ ਦੱਸ ਰਿਹਾ, ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਸੀ ਕਰਨ ਦੇ ਲਈ, ਕਿਉਂਕਿ ਇਸਨੇ ਤਾਂ ਵੈਸੇ ਹੀ ਅਨਿਲ ਨੂੰ ਰੈਸਲਰ ਕਹਿ ਦਿੱਤਾ ਸੀ, ਅਤੇ ਹੁਣ ਇਸ ਨੂੰ ਵੀ ਇੰਨਾ ਨਹੀਂ ਪਤਾ ਸੀ, ਇਸ ਚੋਰ ਨੂੰ ਰੈਸਲਿੰਗ ਦੇ ਬਾਰੇ ਕੋਈ ਜ਼ਿਆਦਾ ਪਤਾ ਹੀ ਨਹੀਂ ਸੀ। ਅਨਿਲ ਨੇ ਜਦ ਰੈਸਲਰਸ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਇਸ ਕੋਲ ਕੋਈ ਸ਼ਬਦ ਹੀ ਨਹੀਂ ਸਨ ਕਿ ਮੈਂ ਕੀ ਗੱਲ ਕਰਾਂ। ਅਨਿਲ ਵਾਕਡ ਅਵੇ, ਅਨਿਲ ਉੱਥੋਂ ਚਲਾ ਗਿਆ। ਆਈ ਫੋਲੋਡ ਕੈਜ਼ੂਅਲੀ, ਇਹ ਚੋਰ ਕੀ ਦੱਸ ਰਿਹਾ ਕਿ ਮੈਂ ਵੀ ਪਿੱਛਾ ਕੀਤਾ ਉਸਦਾ ਥੋੜਾ ਜਿਹਾ। ਹੈਲੋ ਅਗੇਨ ਹੀ ਸੈਡ, ਜਦ ਹੁਣ ਇਹ ਲੜਕਾ 15 ਸਾਲ ਦਾ ਜੋ ਗੱਲ ਕਰ ਰਹੇ ਹਾਂ, ਜਿਸ ਦੀ ਆਪਾਂ ਇਹ ਚੋਰ ਸੀ, ਜਦ ਉਸਦੇ ਪਿੱਛੇ ਪਿੱਛੇ ਜਾ ਰਿਹਾ ਸੀ ਅਨਿਲ ਦੇ, ਤਾਂ ਅਨਿਲ ਨੇ ਉਸਨੂੰ ਵੇਖਿਆ ਮੁੜ ਕੇ, ਅਤੇ ਉਸਨੂੰ ਕੀ ਕਿਹਾ, ਹੈਲੋ ਕਿਹਾ। ਆਈ ਗੇਵ ਹਿਮ ਮਾਈ ਮੋਸਟ ਅਪੀਲਿੰਗ ਸਮਾਈਲ, ਤਾਂ ਇਸਨੇ ਕੀ ਦਿੱਤੀ, ਚੋਰ ਨੇ ਉਸਨੂੰ ਕੀ ਦਿੱਤੀ, ਆਪਣੀ ਬਹੁਤ ਹੀ ਅਪੀਲਿੰਗ, ਅਪੀਲਿੰਗ ਕੀ ਹੁੰਦਾ, ਅਟਰੈਕਟਿਵ, ਆਪਣੀ ਬੜੀ ਹੀ ਅਟਰੈਕਟਿਵ ਜਿਹੀ ਸਮਾਈਲ ਅਨਿਲ ਵੱਲ ਦਿੱਤੀ, ਤਾਂ ਕਿ ਉਸ ਤੋਂ ਅਨਿਲ ਦੇ ਉੱਤੇ ਆਪਣਾ ਪ੍ਰਭਾਵ ਪਾ ਸਕੇ। ਆਈ ਵਾਂਟ ਟੂ ਵਰਕ ਫॉर ਯੂ ਆਈ ਸੈਡ, ਅਤੇ ਕੀ ਕਹਿ ਦਿੱਤਾ ਅਨਿਲ ਨੂੰ ਇਸਨੇ ਕਿ ਮੈਂ ਤੁਹਾਡੇ ਲਈ ਕੰਮ ਕਰਨਾ ਚਾਹੁੰਦਾ ਹਾਂ, ਬਟ ਆਈ ਕਾਂਟ ਪੇ ਯੂ, ਪਰ ਮੈਂ ਤੁਹਾਨੂੰ ਪੇ ਨਹੀਂ ਕਰ ਸਕਦਾ। ਅਨਿਲ ਨੇ ਕੀ ਕਹਿ ਦਿੱਤਾ ਕਿ ਮੈਂ ਤੁਹਾਨੂੰ ਤੁਹਾਡੇ ਕੰਮ ਦੇ ਲਈ ਕੋਈ ਪੈਸੇ ਨਹੀਂ ਦੇ ਸਕਾਂਗਾ, ਪੇ ਨਹੀਂ ਕਰ ਸਕਾਂਗਾ। ਆਈ ਥੋਟ ਦੈਟ, ਮੈਂ ਸੋਚਿਆ ਸੀ ਕਿ ਓਵਰ ਫॉर ਅ ਮਿੰਟ, ਆਈ ਥੋਟ ਦੈਟ ਓਵਰ ਫॉर ਅ ਮਿੰਟ, ਚੋਰ ਕੀ ਦੱਸ ਰਿਹਾ ਕਿ ਮੈਂ ਇਸ ਗੱਲ ਬਾਰੇ 1 ਮਿੰਟ ਦੇ ਲਈ ਸੋਚਿਆ। ਜਦ ਅਨਿਲ ਨੇ ਕਿਹਾ ਨਾ ਕਿ ਮੈਂ ਤਾਂ ਤੈਨੂੰ ਪੈਸੇ ਹੀ ਨਹੀਂ ਦੇ ਸਕਾਂਗਾ ਤੇਰੇ ਕੰਮ ਦੇ ਲਈ, ਤਾਂ ਇਸ ਚੋਰ ਨੇ ਕੀ ਕੀਤਾ, 1 ਪਲ ਦੇ ਲਈ, 1 ਮਿੰਟ ਦੇ ਲਈ ਸੋਚਿਆ। ਪਰਹੈਪਸ ਆਈ ਹੈਡ ਮਿਸਜਜਡ ਮਾਈ ਮੈਨ, ਤਾਂ ਕੀ ਸੋਚਿਆ ਇਸਨੇ, ਸ਼ਾਇਦ ਮੈਂ ਆਪਣੇ ਇਸ ਆਦਮੀ ਨੂੰ, ਅਨਿਲ ਦੀ ਗੱਲ ਕਰ ਰਿਹਾ ਕਿ ਅਨਿਲ ਬਾਰੇ ਸ਼ਾਇਦ ਮੈਂ ਗਲਤ ਹੀ ਸੋਚ ਲਿਆ। ਆਈ ਆਸਕਡ ਕੈਨ ਯੂ ਫੀਡ ਮੀ,
ਅਤੇ ਮੈਂ ਕੀ ਪੁੱਛ ਲਿਆ, ਅਨਿਲ ਤੋਂ ਕੀ ਪੁੱਛ ਲਿਆ ਕਿ ਕੀ ਤੁਸੀਂ ਮੈਨੂੰ ਖਾਣ ਦੇ ਲਈ ਦੇ ਸਕਦੇ ਹੋ, ਭੋਜਨ ਦੇ ਸਕਦੇ ਹੋ, ਕੈਨ ਯੂ ਕੁੱਕ। ਅਤੇ ਅਨਿਲ ਨੇ ਅੱਗੇ ਕੀ ਕੁਐਸਚਨ ਕਰ ਦਿੱਤਾ ਕਿ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੈ, ਕੀ ਤੁਸੀਂ ਪਕਾ ਲੈਂਦੇ ਹੋ ਖਾਣਾ। ਆਈ ਕੈਨ ਕੁੱਕ, ਆਈ ਲਾਈਡ ਅਗੇਨ। ਤਾਂ ਚੋਰ ਕੀ ਕਹਿ ਰਿਹਾ ਹੈ ਕਿ ਮੈਂ ਦੁਬਾਰਾ ਝੂਠ ਬੋਲ ਦਿੱਤਾ ਕਿ ਮੈਂ ਪਕਾ ਸਕਦਾ ਹਾਂ। ਇਫ ਯੂ ਕੈਨ ਕੁੱਕ ਦੈਨ ਮੇ ਬੀ ਆਈ ਕੈਨ ਫੀਡ ਯੂ। ਅਤੇ ਜੇਕਰ ਤੁਸੀਂ ਪਕਾ ਸਕਦੇ ਹੋ ਤਾਂ ਸ਼ਾਇਦ ਮੈਂ ਵੀ ਤੁਹਾਨੂੰ ਫਿਰ ਖਾਣਾ ਦੇ ਸਕਦਾ ਹਾਂ। ਇਸ ਤਰ੍ਹਾਂ ਦੋਨਾਂ ਦੇ ਵਿੱਚ ਗੱਲਾਂ ਹੋਈਆਂ। ਚੋਰ ਨੇ ਪਹਿਲਾਂ ਕੀ ਕਿਹਾ ਕਿ ਤੁਸੀਂ ਮੈਨੂੰ ਖਾਣਾ ਦੇ ਸਕਦੇ ਹੋ, ਅਤੇ ਕੀ ਕਹਿ ਦਿੱਤਾ ਅੱਗੇ ਅਨਿਲ ਨੇ ਕੀ ਕਹਿ ਦਿੱਤਾ, ਤੁਸੀਂ ਖਾਣਾ ਬਣਾ ਸਕਦੇ ਹੋ। ਆਈ ਕੈਨ ਕੁੱਕ, ਆਈ ਲਾਈਡ ਅਗੇਨ। ਅਤੇ ਚੋਰ ਨੇ ਫਿਰ ਕੀ ਝੂਠ ਬੋਲ ਦਿੱਤਾ ਕਿ ਮੈਂ ਖਾਣਾ ਬਣਾ ਸਕਦਾ ਹਾਂ। ਇਫ ਯੂ ਕੈਨ ਕੁੱਕ ਦੈਨ ਮੇ ਬੀ ਆਈ ਕੈਨ ਫੀਡ ਯੂ। ਅਤੇ ਅਨਿਲ ਨੇ ਕੀ ਕਹਿ ਦਿੱਤਾ, ਚਲੋ ਜੇਕਰ ਤੁਸੀਂ ਪਕਾ ਲਓਗੇ ਤਾਂ ਮੈਂ ਵੀ ਸ਼ਾਇਦ ਤੁਹਾਨੂੰ ਭੋਜਨ ਦੇ ਦੇਵਾਂਗਾ। ਹੀ ਟੁੱਕ ਮੀ ਟੂ ਹਿਜ਼ ਰੂਮ ਓਵਰ ਦਾ ਜਮਨਾ ਸਵੀਟ ਸ਼ਾਪ ਐਂਡ ਟੋਲਡ ਮੀ ਆਈ ਕੁਡ ਸਲੀਪ ਔਨ ਦਾ ਬੈਲਕੋਨੀ। ਹੁਣ ਕੀ ਹੈ, ਅਨਿਲ ਉਸਨੂੰ ਕਿੱਥੇ ਲੈ ਗਿਆ, ਅਨਿਲ ਰਹਿੰਦਾ ਕਿੱਥੇ ਸੀ, ਅਨਿਲ ਦਾ ਰੂਮ ਕਿੱਥੇ ਸੀ, ਜਮਨਾ ਸਵੀਟ ਸ਼ਾਪ ਦੇ ਉੱਪਰ ਸੀ। ਇਸ ਤਰ੍ਹਾਂ ਜਿਵੇਂ ਸੈਕਿੰਡ ਸਟੋਰੀ ਸੀ ਨਾ, ਉੱਥੇ ਸੀ ਥੱਲੇ ਜਮਨਾ ਸਵੀਟ ਸ਼ਾਪ ਸੀ ਅਤੇ ਉੱਪਰ ਕਮਰਾ ਕਿਸ ਦਾ ਸੀ, ਅਨਿਲ ਦਾ ਸੀ। ਅਤੇ ਅਨਿਲ ਨੇ ਉਸਨੂੰ ਕੀ ਕਹਿ ਦਿੱਤਾ, ਆਈ ਕੁਡ ਸਲੀਪ ਔਨ ਦਾ ਬਾਲਕੋਨੀ। ਅਤੇ ਉਹਨੂੰ ਕੀ ਕਹਿ ਦਿੱਤਾ, ਚੋਰ ਨੂੰ ਕੀ ਕਹਿ ਦਿੱਤਾ ਕਿ ਤੂੰ ਬਾਲਕੋਨੀ ਦੇ ਵਿੱਚ ਸੌਂ ਸਕਦਾ ਹੈ। ਇਹ ਬਾਲਕੋਨੀ ਕੀ ਹੁੰਦੀ ਹੈ, ਜਿਸ ਤਰ੍ਹਾਂ ਜਿਵੇਂ ਇੱਕ ਨੀਚੇ ਰੂਮ ਹੈ ਅਤੇ ਇੱਕ ਉੱਪਰ ਰੂਮ ਹੈ। ਉੱਪਰ ਰੂਮ ਦੇ ਸਾਹਮਣੇ ਕੁਝ ਕੁ ਓਪਨ ਸਪੇਸ ਹੁੰਦੀ ਹੈ ਨਾ ਟਹਿਲਣ ਦੇ ਲਈ, ਉਸਨੂੰ ਕੀ ਕਹਿ ਦਿੰਦੇ ਹਾਂ ਅਸੀਂ, ਬਾਲਕੋਨੀ ਕਹਿ ਦਿੰਦੇ ਹਾਂ। ਅਤੇ ਅਨਿਲ ਨੇ ਇਸ ਨੂੰ ਕੀ ਕਹਿ ਦਿੱਤਾ ਕਿ ਤੂੰ ਇੱਥੇ ਬਾਲਕੋਨੀ ਦੇ ਵਿੱਚ ਸੌਂ ਸਕਦਾ ਹੈ। ਬਟ ਦਾ ਮੀਲ ਆਈ ਕੁਕਡ ਦੈਟ ਨਾਈਟ ਮਸਟ ਹੈਵ ਬੀਨ ਟੈਰੀਬਲ ਬਿਕੋਜ਼ ਅਨਿਲ ਗੇਵ ਇਟ ਟੂ ਅ ਸਟਰੇ ਡੌਗ ਐਂਡ ਟੋਲਡ ਮੀ ਟੂ ਬੀ ਆਫ। ਪਰ ਉਸ ਦਿਨ ਜਿਹੜਾ ਮੈਂ ਭੋਜਨ ਬਣਾਇਆ ਉਹ ਸ਼ਾਇਦ ਬਹੁਤ ਹੀ ਬੇਕਾਰ ਬਣਿਆ ਸੀ, ਅਤੇ ਅਨਿਲ ਨੇ ਕੀ ਕੀਤਾ, ਇਹ ਭੋਜਨ ਕਿਸੇ ਬਾਹਰ ਅਵਾਰਾ ਕੁੱਤੇ ਨੂੰ ਪਾ ਦਿੱਤਾ ਅਤੇ ਮੈਨੂੰ ਕੀ ਕਹਿ ਦਿੱਤਾ, ਟੂ ਬੀ ਆਫ, ਅਤੇ ਮੈਨੂੰ ਜਾਣ ਦੇ ਲਈ ਕਹਿ ਦਿੱਤਾ। ਟੂ ਬੀ ਆਫ ਕੀ ਹੁੰਦਾ, ਟੂ ਗੋ ਅਵੇ ਜਾਂ ਲੀਵ ਕਹਿ ਸਕਦੇ ਹਾਂ, ਅਤੇ ਮੈਨੂੰ ਅਨਿਲ ਨੇ ਜਾਣ ਦੇ ਲਈ ਕਹਿ ਦਿੱਤਾ। ਬਟ ਆਈ ਜਸਟ ਹੰਗ ਅਰਾਊਂਡ। ਹੰਗ ਅਰਾਊਂਡ ਕੀ ਹੁੰਦਾ, ਇੱਧਰ ਉੱਧਰ ਟਹਿਲਦੇ ਰਹਿਣਾ। ਹੰਗ ਅਰਾਊਂਡ ਦਾ ਮੀਨਿੰਗ ਟੂ ਵੇਟ ਐਟ ਅ ਪਲੇਸ, ਇੱਕ ਜਗ੍ਹਾ ਦੇ ਉੱਤੇ ਵੇਟ ਕਰਦੇ ਰਹਿਣਾ, ਔਰ ਟੂ ਸਟੇ ਨੀਅਰ ਅ ਪਲੇਸ, ਜਾਂ ਕਿਸੇ ਜਗ੍ਹਾ ਦੇ ਨੇੜੇ ਰਹਿਣਾ ਜਾਂ ਕਿਸੇ ਪਰਸਨ ਦੇ ਨੇੜੇ ਰਹਿਣਾ, ਉਸ ਨੂੰ ਅਸੀਂ ਹੰਗ ਅਬਾਊਟ ਕਹਿ ਦਿੰਦੇ ਹਾਂ। ਬਟ ਆਈ ਜਸਟ ਹੰਗ ਅਰਾਊਂਡ ਸਮਾਈਲਿੰਗ ਇਨ ਮਾਈ ਮੋਸਟ ਅਪੀਲਿੰਗ ਵੇ ਐਂਡ ਹੀ ਕੁਡ ਨਾਟ ਹੈਲਪ ਲਾਫਿੰਗ। ਚੋਰ ਕੀ ਕਹਿ ਰਿਹਾ, ਪਰ ਮੈਂ ਗਿਆ ਨਹੀਂ ਅਤੇ ਉੱਥੇ ਹੀ ਟਹਿਲਦਾ ਰਿਹਾ, ਆਪਣੀ ਬੜੀ ਹੀ ਅਟਰੈਕਟਿਵ ਸਮਾਈਲ ਅਨਿਲ ਦੇ ਵੱਲ ਦਿੰਦਾ ਹੋਇਆ, ਐਂਡ ਹੀ ਕੁਡ ਨਾਟ ਹੈਲਪ ਲਾਫਿੰਗ। ਅਤੇ ਕੀ ਦੱਸ ਰਿਹਾ ਚੋਰ, ਅਨਿਲ ਹੱਸੇ ਬਿਨਾ ਨਾ ਰਹਿ ਸਕਿਆ। ਜਦ ਇਹ ਜੋ ਲੜਕਾ ਸੀ, ਇਹ ਚੋਰ ਸੀ 15 ਸਾਲ ਦਾ, ਜਦ ਉੱਥੋਂ ਗਿਆ ਹੀ ਨਾ, ਅਨਿਲ ਨੇ ਉਸਨੂੰ ਕਹਿ ਦਿੱਤਾ ਸੀ ਕਿ ਤੂੰ ਇੱਥੋਂ ਚਲਾ ਜਾ, ਜਦ ਇਸਨੇ ਖਾਣਾ ਨਹੀਂ ਨਾ ਵਧੀਆ ਬਣਾਇਆ ਸੀ, ਅਤੇ ਅਨਿਲ ਨੇ ਕੀ ਕਹਿ ਦਿੱਤਾ ਸੀ ਕਿ ਤੂੰ ਚਲਾ ਜਾ ਇੱਥੋਂ। ਪਰ ਕੀ ਦੱਸ ਰਿਹਾ ਇਹ ਕਿ ਮੈਂ ਉੱਥੇ ਹੀ ਕੀ ਟਹਿਲਦਾ ਰਿਹਾ ਅਤੇ ਆਪਣੀ ਬੜੀ ਹੀ ਅਟਰੈਕਟਿਵ ਸਮਾਈਲ ਅਨਿਲ ਦੇ ਵੱਲ ਦਿੰਦਾ ਰਿਹਾ, ਤੇ ਅਨਿਲ ਵੀ ਕੀ ਹੱਸੇ ਬਿਨਾ ਨਾ ਰਹਿ ਸਕਿਆ। ਲੇਟਰ ਹੀ ਪੈਟਰਡ ਮੀ ਔਨ ਦਾ ਹੈਡ। ਪੈਟਰਡ ਕੀ ਹੁੰਦਾ, ਜਦ ਅਸੀਂ ਥੋੜਾ ਜਿਹਾ ਕਿਸੇ ਨੂੰ ਕੀ ਕਰਦੇ ਆ, ਉੱਤੋਂ ਥਪਥਪਾਈ ਜੀ ਕਰਦੇ ਆ ਨਾ, ਅ ਕੁਇਕ ਲਾਈਟ ਟੱਚ ਵਿਦ ਦਾ ਹੈਂਡ, ਇੱਕ ਜਲਦੀ ਜੇ ਲਾਈਟ ਜਿਹਾ ਟੱਚ ਆਪਾਂ ਸਿਰ ਉੱਤੇ ਦਿੰਦੇ ਆ, ਉਸਨੂੰ ਪੈਟਰਡ ਕਹਿ ਦਿੰਦੇ ਹਾਂ। ਲੇਟਰ ਹੀ ਪੈਟਰਡ ਮੀ ਔਨ ਦਾ ਹੈਡ ਐਂਡ ਸੈਡ ਨੈਵਰ ਮਾਈਂਡ ਹੀ ਵੁੱਡ ਟੀਚ ਮੀ ਟੂ ਕੁੱਕ। ਅਨਿਲ ਨੇ ਉਸਨੂੰ ਕੀ ਕਹਿ ਦਿੱਤਾ, ਸਿਰ ਉੱਤੇ ਥੋੜਾ ਜਿਹਾ ਜੈਂਟਲੀ ਜਿਹੇ ਉਸਨੂੰ ਪ੍ਰੈਸ ਕਰਦੇ ਹੋਏ ਨਾ, ਉਸਦੇ ਸਿਰ ਨੂੰ ਜੈਂਟਲੀ ਜਿਹੇ, ਤਾਂ ਕੀ ਕਹਿ ਦਿੱਤਾ, ਜੈਂਟਲ ਟੱਚ ਨੂੰ ਅਸੀਂ ਕਹਿ ਦਿੰਦੇ ਹਾਂ, ਲਾਈਟ ਟੱਚ ਨੂੰ ਕਹਿ ਦਿੰਦੇ ਹਾਂ ਪੈਟਰਡ ਕਰਨਾ। ਐਂਡ ਸੈਡ ਨੈਵਰ ਮਾਈਂਡ, ਚਲੋ ਤੁਸੀਂ ਬੁਰਾ ਨਾ ਮਨਾਓ ਇਸ ਗੱਲ ਦਾ। ਹੀ ਵੁੱਡ ਟੀਚ ਮੀ ਟੂ ਕੁੱਕ, ਅਨਿਲ ਨੇ ਕੀ ਪ੍ਰੋਮਿਸ ਕਰ ਦਿੱਤਾ ਕਿ ਮੈਂ ਤੁਹਾਨੂੰ ਖਾਣਾ ਬਣਾਉਣਾ ਸਿਖਾਵਾਂਗਾ। ਹੀ ਆਲਸੋ ਟੌਟ ਮੀ ਟੂ ਰਾਈਟ ਮਾਈ ਨੇਮ ਐਂਡ ਸੈਡ ਹੀ ਵੁੱਡ ਸੂਨ ਟੀਚ ਮੀ ਟੂ ਰਾਈਟ ਹੋਲ ਸੈਂਟੈਂਸਸ ਐਂਡ ਟੂ ਐਡ ਨੰਬਰਸ। ਉਸਨੇ ਹੋਰ ਕੀ ਕਹਿ ਦਿੱਤਾ ਕਿ ਉਹ ਮੈਨੂੰ ਕੀ ਹੈ, ਲਿਖਣਾ ਵੀ ਸਿਖਾਵੇਗਾ, ਮੇਰਾ ਨੇਮ ਲਿਖਣਾ ਸਿਖਾਵੇਗਾ, ਅਤੇ ਹੋਰ ਕੀ ਸਿਖਾਵੇਗਾ, ਜਲਦੀ ਹੀ ਪੂਰਾ ਸੈਂਟੈਂਸਸ ਵੀ ਪੂਰੇ ਲਿਖਣੇ ਸਿਖਾਵੇਗਾ, ਅਤੇ ਟੂ ਐਡ ਨੰਬਰਸ ਵੀ ਐਡ ਕਰਨੇ ਸਿਖਾਵੇਗਾ। ਇਹ ਪ੍ਰੋਮਿਸ ਕੀਤੇ ਅਨਿਲ ਨੇ ਉਸ ਚੋਰ ਨੂੰ ਕਿ ਮੈਂ ਕੀ ਕਰਾਂਗਾ, ਤੁਹਾਨੂੰ
ਖਾਣਾ ਬਣਾਉਣਾ ਵੀ ਸਿਖਾ ਦੇਵਾਂਗਾ, ਨੇਮ ਲਿਖਣਾ ਵੀ ਸਿਖਾ ਦੇਵਾਂਗਾ ਅਤੇ ਨੰਬਰਸ ਐਡ ਕਰਨੇ ਵੀ ਸਿਖਾ ਦੇਵਾਂਗਾ ਅਤੇ ਫੁੱਲ ਸੈਂਟੈਂਸਸ ਲਿਖਣੇ ਵੀ ਸਿਖਾ ਦੇਵਾਂਗਾ। I was grateful, ਮੈਂ ਬੜਾ ਹੀ ਧੰਨਵਾਦੀ ਸੀ। I knew that once I could write like an educated man, ਮੈਂ ਜਾਣਦਾ ਸੀ ਕਿ ਜੇਕਰ ਮੈਂ ਇੱਕ ਵਾਰ ਇੱਕ ਐਜੂਕੇਟਡ ਮੈਨ ਦੀ ਤਰ੍ਹਾਂ, ਪੜ੍ਹੇ ਲਿਖੇ ਵਿਅਕਤੀ ਦੀ ਤਰ੍ਹਾਂ ਲਿਖਣਾ ਸਿੱਖ ਗਿਆ, there would be no limit to what I could achieve, ਅਤੇ ਫਿਰ ਕੋਈ ਵੀ ਲਿਮਟ ਨਹੀਂ ਰਹੇਗੀ to what I could achieve, ਕਿ ਜੋ ਵੀ ਮੈਂ ਪ੍ਰਾਪਤ ਕਰ ਸਕਦਾ ਸੀ ਜੀਵਨ ਵਿੱਚ, ਕੋਈ ਲਿਮਟ ਹੀ ਨਹੀਂ ਰਹੇਗੀ ਕਿ ਇੰਨਾ ਮੈਂ ਪ੍ਰਾਪਤ ਕਰ ਲਵਾਂਗਾ ਜਦ ਮੈਂ ਪੜ੍ਹ ਲਿਖ ਗਿਆ। ਚੋਰ ਇਹ ਗੱਲ ਸੋਚਦਾ ਹੈ। ਇਟ ਵਾਜ਼ ਕੁਆਇਟ ਪਲੀਜ਼ੈਂਟ ਵਰਕਿੰਗ ਫॉर ਅਨਿਲ, ਇਹ ਬੜੀ ਹੀ ਖੁਸ਼ਨੁਮਾ ਗੱਲ ਸੀ ਅਨਿਲ ਦੇ ਲਈ ਕੰਮ ਕਰਨਾ। ਆਈ ਮੇਡ ਦਾ ਟੀ ਇਨ ਦਾ ਮਾਰਨਿੰਗ, ਮੈਂ ਸੁਬਾਹ ਚਾਹ ਬਣਾਉਂਦਾ, ਐਂਡ ਦੈਨ ਵੁੱਡ ਟੇਕ ਮਾਈ ਟਾਈਮ ਬਾਇੰਗ ਦਾ ਡੇਜ਼ ਸਪਲਾਈਜ਼, ਅਤੇ ਫਿਰ ਮੈਂ ਕੀ ਕਰਦਾ, ਜੋ ਦਿਨੇ ਕੀ ਕਰਦਾ, ਉਹ ਦਿਨ ਦੀਆਂ ਸਪਲਾਈਜ਼ ਵਗੈਰਾ, ਜੋ ਸਮਾਨ ਵਗੈਰਾ, ਰਾਸ਼ਨ ਵਗੈਰਾ ਲਿਆਉਣਾ ਹੁੰਦਾ ਸੀ ਦਿਨ ਦੇ ਭੋਜਨ ਦੇ ਲਈ, ਫਿਰ ਉਹ ਲੈ ਕੇ ਆਉਂਦਾ। ਯੂਜ਼ਲੀ ਮੇਕਿੰਗ ਅ ਪ੍ਰੋਫਿਟ ਆਫ ਅਬਾਊਟ ₹1 a day, ਤੇ ਹਰ ਰੋਜ਼ ਮੈਂ ਕੀ ਕਰਦਾ, ₹1 ਦਾ ਪ੍ਰੋਫਿਟ ਕਰ ਲੈਂਦਾ। ਜੋ ਵੀ ਸਮਾਨ ਅਨਿਲ ਉਸ ਤੋਂ ਮੰਗਵਾਉਂਦਾ ਨਾ ਬਾਜ਼ਾਰੋਂ, ਜੋ ਵੀ ਸਮਾਨ ਇਹ ਲੈ ਕੇ ਆਉਂਦਾ, ਉਸ ਵਿੱਚੋਂ ਕੀ ਕਰਦਾ, ₹1 ਦਾ ਪ੍ਰੋਫਿਟ ਕਰ ਲੈਂਦਾ, ਮੀਨਸ ₹1 ਵਿੱਚੋਂ ਰੱਖ ਲੈਂਦਾ। I think he knew I made a little money this way, but he did not seem to mind. ਮੈਂ ਸੋਚਦਾ ਸੀ ਕਿ ਸ਼ਾਇਦ ਅਨਿਲ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਮੈਂ ਥੋੜੇ ਜਿਹੇ ਪੈਸੇ ਵਿੱਚੋਂ ਰੱਖ ਲੈਣਾ ਹਾਂ, ਪਰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮਾਈਂਡ ਨਹੀਂ ਕਰ ਰਿਹਾ ਸੀ ਇਸ ਗੱਲ ਨੂੰ। did not seem to mind ਕੀ ਹੁੰਦਾ ਹੈ? To be annoyed or worried about something, ਕਿਸੇ ਚੀਜ਼ ਦੇ ਬਾਰੇ ਕੋਈ ਚਿੰਤਾ ਨਾ ਕਰਨਾ, ਉਸਨੂੰ ਕੀ ਕਹਿੰਦੇ ਆ, did not seem to mind। ਪਰ ਅਨਿਲ ਕੀ ਇਸ ਗੱਲ ਦੀ ਕੋਈ ਪਰਵਾਹ ਕਰਦਾ ਹੋਇਆ ਨਹੀਂ ਲੱਗਦਾ ਸੀ ਕਿ ਮੈਂ ਵਿੱਚੋਂ ₹1 ਹਰ ਰੋਜ਼ ਰੱਖ ਰਿਹਾ ਸੀ। ਅਨਿਲ ਮੇਡ ਮਨੀ ਬਾਈ ਫਿਟਸ ਐਂਡ ਸਟਾਰਟਸ, ਅਨਿਲ ਜੋ ਪੈਸੇ ਕਮਾਉਂਦਾ ਸੀ ਬਾਈ ਫਿਟਸ ਐਂਡ ਸਟਾਰਟਸ ਕੀ ਹੁੰਦਾ, ਵਿਦ ਇਰਰੈਗੂਲਰ ਬਰਸਟ ਆਫ ਐਕਟੀਵਿਟੀ, ਕਿ ਉਸਦਾ ਕੰਮ ਜੋ ਸੀ ਨਾ ਇਰਰੈਗੂਲਰ ਸੀ, ਠੀਕ ਹੈ, ਕਦੇ ਉਹ ਕੰਮ ਕਰ ਲੈਂਦਾ ਸੀ ਅਤੇ ਕਦੇ ਫ੍ਰੀ ਰਹਿੰਦਾ ਸੀ। ਇਸ ਤਰ੍ਹਾਂ ਕੋਈ ਰੈਗੂਲਰ ਕੰਮ ਅਨਿਲ ਦੇ ਕੋਲ ਨਹੀਂ ਸੀ। ਇਸ ਨੂੰ ਕੀ ਕਹਿੰਦੇ ਆ ਅਸੀਂ, ਫਿਟਸ ਐਂਡ ਸਟਾਰਟਸ, ਕਦੇ ਕਦੇ ਕੰਮ ਕਰਕੇ ਉਹ ਪੈਸੇ ਕਮਾਉਂਦਾ ਸੀ। ਹੀ ਵੁੱਡ ਬੋਰੋ 1 week, ਇੱਕ ਹਫਤਾ ਉਹ ਉਧਾਰ ਲੈਂਦਾ, ਲੈਂਡ ਦਾ ਨੈਕਸਟ, ਤੇ ਅਗਲੇ ਹਫਤੇ ਉਹ ਉਧਾਰ ਦੇਣ ਦੇ ਯੋਗ ਵੀ ਕਈ ਵਾਰ ਹੋ ਜਾਂਦਾ ਉਸ ਕੋਲ, ਅਗਲੇ ਹਫਤੇ ਕਈ ਵਾਰ ਜ਼ਿਆਦਾ ਪੈਸੇ ਆ ਜਾਂਦੇ। ਇੱਕ ਹਫਤਾ ਤਾਂ ਉਸਨੂੰ ਉਧਾਰ ਲੈਣਾ ਵੀ ਪੈਂਦਾ ਤੇ ਅਗਲੇ ਹਫਤੇ ਉਸ ਕੋਲ ਉਧਾਰ ਦੇਣ ਵਾਸਤੇ ਵੀ ਪੈਸੇ ਆ ਜਾਂਦੇ। ਹੀ ਕੈਪਟ ਵਰਿੰਗ ਅਬਾਊਟ ਹਿਜ਼ ਨੈਕਸਟ ਚੈੱਕ, ਅਤੇ ਉਹ ਆਪਣੇ ਅਗਲੇ ਚੈੱਕ ਦੇ ਬਾਰੇ ਹਮੇਸ਼ਾ ਚਿੰਤਾ ਵਿੱਚ ਹੀ ਵੇਖਿਆ ਜਾਂਦਾ ਕਿ ਕਦ ਮੇਰਾ ਅਗਲਾ ਚੈੱਕ ਆਵੇਗਾ, ਕਦ ਮੇਰੇ ਕੋਲ ਅਗਲੀ ਵਾਰ ਪੈਸੇ ਆਉਣਗੇ। ਬਟ ਐਜ਼ ਸੂਨ ਐਜ਼ ਇਟ ਅਰਾਈਵਡ ਹੀ ਵੁੱਡ ਗੋ ਆਊਟ ਐਂਡ ਸੈਲੀਬ੍ਰੇਟ, ਪਰ ਜਿਵੇਂ ਹੀ ਉਸਦੇ ਕੋਲ ਪੈਸੇ ਆਉਂਦੇ ਉਹ ਬਾਹਰ ਜਾਂਦਾ ਅਤੇ ਸੈਲੀਬ੍ਰੇਟ ਕਰਦਾ। ਇਟ ਸੀਮਸ ਹੀ ਰੋਟ ਫॉर ਮੈਗਜ਼ੀਨਸ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹ ਮੈਗਜ਼ੀਨਸ ਦੇ ਲਈ ਲਿਖਦਾ ਸੀ। ਅ ਕੁਇਰ ਵੇ ਟੂ ਮੇਕ ਅ ਲਿਵਿੰਗ, ਕੁਇਰ ਕੀ ਹੁੰਦਾ, ਇੱਕ ਸਟਰੇਂਜ, ਇਹ ਇੱਕ ਸਟਰੇਂਜ ਜਿਹਾ ਕੰਮ ਸੀ, ਅਜੀਬ ਜਿਹਾ ਕੰਮ ਸੀ। ਟੂ ਮੇਕ ਅ ਲਿਵਿੰਗ ਕੀ ਹੁੰਦਾ, ਗੁਜ਼ਾਰਾ ਕਰਨਾ। ਟੂ ਅਰਨ ਮਨੀ ਟੂ ਸਪੋਰਟ ਵਨ ਸੈਲਫ, ਕਲੀਅਰ, ਕਿ ਆਪਣੇ ਲਈ ਪੈਸੇ ਕਮਾਉਣ ਦਾ ਇਹ ਇੱਕ ਅਜੀਬ ਜਿਹਾ ਹੀ ਢੰਗ ਸੀ ਕਿ ਉਹ ਮੈਗਜ਼ੀਨਸ ਦੇ ਲਈ ਲਿਖਦਾ ਹੁੰਦਾ ਸੀ। ਵਨ ਇਵਨਿੰਗ ਹੀ ਕੇਮ ਹੋਮ ਵਿਦ ਅ ਸਮੌਲ ਬੰਡਲ ਆਫ ਨੋਟਸ, ਇੱਕ ਸ਼ਾਮ ਕੀ ਹੋਇਆ, ਅਨਿਲ ਇੱਕ ਛੋਟੇ ਜਿਹੇ ਬੰਡਲ ਦੇ ਨਾਲ, ਨੋਟਸ ਦਾ ਇੱਕ ਛੋਟੇ ਜਿਹੇ ਬੰਡਲਸ ਦੇ ਨਾਲ ਆਇਆ, ਮੀਨਸ ਇੱਕ ਦਿਨ ਉਸਦੇ ਕੋਲ ਨੋਟਾਂ ਦਾ ਇੱਕ ਬੰਡਲ ਸੀ। ਸੇਇੰਗ ਹੀ ਹੈਡ ਜਸਟ ਸੋਲਡ ਅ ਬੁੱਕ ਟੂ ਅ ਪਬਲਿਸ਼ਰ, ਅਤੇ ਕੀ ਕਿਹਾ ਉਸਨੇ, ਕਿ ਉਸਨੇ ਹੁਣੇ ਹੀ ਇੱਕ ਬੁੱਕ ਕਿਸੇ ਪਬਲਿਸ਼ਰ ਨੂੰ ਵੇਚੀ ਸੀ। ਐਟ ਨਾਈਟ ਆਈ ਸੌ ਹਿਮ ਟੱਕ ਦਾ ਮਨੀ ਅੰਡਰ ਦਾ ਮੈਟਰਸ, ਟੱਕ ਕੀ ਹੁੰਦਾ ਹੈ, ਟੂ ਪੁੱਟ ਸਮਥਿੰਗ ਇਨਟੂ ਅ ਸੇਫ ਪਲੇਸ, ਕਿਸੇ ਚੀਜ਼ ਨੂੰ ਕਿਸੇ ਸੇਫ ਜਗ੍ਹਾ ਦੇ ਉੱਪਰ ਰੱਖ ਦੇਣਾ। ਕੀ ਕਹਿ ਰਿਹਾ ਉਹ ਚੋਰ, ਆਈ ਸੌ ਹਿਮ ਟੱਕ ਦਾ ਮਨੀ ਅੰਡਰ ਦਾ ਮੈਟਰਸ, ਮੈਂ ਕੀ ਹੈ ਅਨਿਲ ਨੂੰ ਮੈਟਰਸ ਦੇ ਥੱਲੇ, ਗੱਦਿਆਂ ਦੇ ਥੱਲੇ ਪੈਸੇ ਰੱਖਦੇ ਹੋਏ ਦੇਖਿਆ। ਆਈ ਹੈਡ ਬੀਨ ਵਰਕਿੰਗ ਫॉर ਅਨਿਲ ਫॉर ਆਲਮੋਸਟ ਅ ਮੰਥ, ਮੈਨੂੰ ਅਨਿਲ ਦੇ ਲਈ ਕੰਮ ਕਰਦੇ ਹੋਏ ਨੂੰ ਲਗਭਗ 1 ਮਹੀਨਾ ਹੋ ਗਿਆ ਸੀ। ਐਂਡ ਅਪਾਰਟ ਫਰੋਮ ਚੀਟਿੰਗ ਔਨ ਦਾ ਸ਼ਾਪਿੰਗ ਹੈਡ ਨਾਟ ਡਨ ਐਨੀਥਿੰਗ ਇਨ ਮਾਈ ਲਾਈਨ ਆਫ ਵਰਕ, ਅਤੇ
ਜੋ 1 ਰੁਪਈਏ ਦੀ ਮੈਂ ਚੀਟਿੰਗ ਕਰਦਾ ਹੁੰਦਾ ਸੀ ਨਾ ਸ਼ਾਪਿੰਗ ਦੇ ਵਿੱਚੋਂ, ਉਹ 1 ਰੁਪਈਆ ਹਰ ਰੋਜ਼ ਰੱਖ ਲੈਂਦਾ ਸੀ। ਅਪਾਰਟ ਫਰੋਮ ਚੀਟਿੰਗ ਔਨ ਦਾ ਸ਼ਾਪਿੰਗ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਹਰ ਰੋਜ਼ ਜਦ ਉਹ ਕੁਝ ਰਾਸ਼ਨ ਵਗੈਰਾ ਲੈਣ ਜਾਂਦਾ ਤਾਂ ਉਸ ਵਿੱਚੋਂ 1 ਰੁਪਈਆ ਬਚਾ ਲੈਂਦਾ ਤੇ ਅਨਿਲ ਨੂੰ ਇਸ ਬਾਰੇ ਨਾ ਦੱਸਦਾ। ਹੈਡ ਨਾਟ ਡਨ ਐਨੀਥਿੰਗ ਇਨ ਮਾਈ ਲਾਈਨ ਆਫ ਵਰਕ, ਅਤੇ ਚੋਰ ਕੀ ਕਹਿ ਰਿਹਾ ਕਿ ਮੈਂ ਇਸ ਤੋਂ ਇਲਾਵਾ, ਉਹ 1 ਰੁਪਈਆ ਰੱਖਣ ਤੋਂ ਇਲਾਵਾ, ਮੈਂ ਆਪਣੇ ਲਾਈਨ ਆਫ ਵਰਕ ਕੀ ਹੁੰਦਾ, ਦ ਪ੍ਰਿੰਸੀਪਲ ਐਕਟੀਵਿਟੀ ਇਨ ਯੂਅਰ ਲਾਈਫ ਦੈਟ ਯੂ ਡੂ ਟੂ ਅਰਨ ਮਨੀ, ਜੋ ਆਪਣਾ ਮੇਨ ਕੰਮ ਹੁੰਦਾ ਨਾ, ਮੇਨ ਜਿਸ ਤੋਂ ਅਸੀਂ ਗੁਜ਼ਾਰਾ ਕਰਦੇ ਹਾਂ, ਮੇਨ ਸਾਡਾ ਅਰਨਿੰਗ ਜੋ ਕੰਮ ਹੁੰਦਾ, ਉਸ ਨੂੰ ਲਾਈਨ ਆਫ ਵਰਕ ਕਹਿ ਦਿੰਦੇ ਆ। ਚੋਰ ਕੀ ਕਹਿੰਦਾ ਕਿ ਉਹ 1 ਰੁਪਈਆ ਰੱਖਣ ਦੀ ਇਲਾਵਾ ਤੇ ਹੋਰ ਮੈਂ ਆਪਣੇ ਲਾਈਨ ਆਫ ਵਰਕ, ਯਾਨੀ ਕਿ ਇਸ ਦਾ ਕੰਮ ਤਾਂ ਚੋਰੀ ਕਰਨਾ ਹੀ ਸੀ ਨਾ, ਕਿ ਹੋਰ ਮੈਂ ਕੋਈ ਵੀ ਚੋਰੀ ਵਗੈਰਾ ਨਹੀਂ ਕੀਤੀ ਸੀ। ਆਈ ਹੈਡ ਐਵਰੀ ਓਪਰਚੁਨਿਟੀ ਫॉर ਡੂਇੰਗ ਸੋ, ਭਾਵੇਂ ਕਹਿੰਦਾ ਮੇਰੇ ਕੋਲੇ ਹਰ ਇੱਕ ਮੌਕਾ ਸੀ ਇਸ ਤਰ੍ਹਾਂ ਕਰਨ ਦਾ, ਚੋਰੀ ਕਰਨ ਦਾ ਮੌਕਾ ਸੀ। ਅਨਿਲ ਹੈਡ ਗਿਵਨ ਮੀ ਅ ਕੀ ਟੂ ਦਾ ਡੋਰ, ਕਿਉਂਕਿ ਅਨਿਲ ਨੇ ਕੀ ਹੈ, ਮੈਨੂੰ ਦਰਵਾਜ਼ੇ ਦੀ ਇੱਕ ਚਾਬੀ ਦਿੱਤੀ ਹੋਈ ਸੀ। ਐਂਡ ਆਈ ਕੁਡ ਕਮ ਐਂਡ ਗੋ ਐਜ਼ ਆਈ ਪਲੀਜ਼ਡ, ਅਤੇ ਜਦ ਵੀ ਮੈਂ ਚਾਹੁੰਦਾ ਆ ਸਕਦਾ ਸੀ ਅਤੇ ਜਦ ਵੀ ਚਾਹੁੰਦਾ ਮੈਂ ਜਾ ਸਕਦਾ ਸੀ ਘਰੋਂ। ਇੱਕ ਚਾਬੀ ਐਕਸਟਰਾ ਇਸ ਚੋਰ ਨੂੰ ਹੀ ਦਿੱਤੀ ਹੋਈ ਸੀ ਅਨਿਲ ਨੇ। ਹੀ ਵਾਜ਼ ਦਾ ਮੋਸਟ ਟਰਸਟਿੰਗ ਪਰਸਨ ਆਈ ਹੈਡ ਐਵਰ ਮੈਟ। ਕੀ ਕਹਿ ਰਿਹਾ ਇਹ ਚੋਰ ਕਿ ਅਨਿਲ ਕੀ ਸੀ, ਬੜਾ ਹੀ ਟਰਸਟਿੰਗ ਪਰਸਨ ਸੀ, ਬਹੁਤ ਜ਼ਿਆਦਾ ਵਿਸ਼ਵਾਸ ਕਰਨ ਵਾਲਾ ਪਰਸਨ ਸੀ, ਕਿ ਉਹ ਹਰ ਇੱਕ ਤੇ ਹੀ ਬਹੁਤ ਜ਼ਿਆਦਾ ਵਿਸ਼ਵਾਸ ਕਰ ਲੈਂਦਾ ਸੀ। ਐਂਡ ਦੈਟ ਇਜ਼ ਵਾਈ ਇਟ ਵਾਜ਼ ਸੋ ਡਿਫਿਕਲਟ ਟੂ ਰੋਬ ਹਿਮ, ਤੇ ਇੱਥੇ ਚੋਰ ਆਪਣਾ ਐਕਸਪੀਰੀਅੰਸ ਦੱਸ ਰਿਹਾ ਕਿ ਸ਼ਾਇਦ ਇਹੀ ਕਾਰਨ ਸੀ ਕਿ ਇਹੋ ਜਿਹੇ ਵਿਅਕਤੀ ਨੂੰ ਲੁੱਟਣਾ ਬੜਾ ਮੁਸ਼ਕਲ ਕੰਮ ਸੀ। ਇਟ ਇਜ਼ ਈਜ਼ੀ ਟੂ ਰੋਬ ਅ ਗ੍ਰੀਡੀ ਮੈਨ, ਕੀ ਦੱਸ ਰਿਹਾ ਚੋਰ, ਆਪਣਾ ਐਕਸਪੀਰੀਅੰਸ ਦੱਸ ਰਿਹਾ ਹੈ ਕਿ ਇੱਕ ਲਾਲਚੀ ਆਦਮੀ ਨੂੰ ਲੁੱਟਣਾ ਸੌਖਾ ਹੁੰਦਾ ਹੈ। ਬਿਕੋਜ਼ ਹੀ ਕੈਨ ਅਫੋਰਡ ਟੂ ਬੀ ਰੋਬਡ, ਕਿਉਂਕਿ ਉਹ ਲੁੱਟੇ ਜਾਣਾ ਅਫੋਰਡ ਕਰ ਸਕਦਾ ਹੈ। ਬਟ ਇਟ ਇਜ਼ ਡਿਫਿਕਲਟ ਟੂ ਰੋਬ ਅ ਕੇਅਰਲੈਸ ਮੈਨ, ਪਰ ਇਹ ਬੜਾ ਔਖਾ ਹੁੰਦਾ ਹੈ ਇੱਕ ਲਾਪਰਵਾਹ ਵਿਅਕਤੀ ਨੂੰ ਲੁੱਟਣਾ। ਸਮਟਾਈਮਸ ਹੀ ਡਜ਼ ਨਾਟ ਈਵਨ ਨੋਟਿਸ ਹੀ ਹੈਜ਼ ਬੀਨ ਰੋਬਡ, ਕਈ ਵਾਰ ਤਾਂ ਉਸਨੂੰ ਪਤਾ ਵੀ ਨਹੀਂ ਲੱਗਦਾ, ਇੱਕ ਜੋ ਕੇਅਰਲੈਸ ਮੈਨ ਹੁੰਦਾ ਨਾ, ਉਸਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਸਨੂੰ ਲੁੱਟ ਲਿਆ ਗਿਆ ਹੈ। ਐਂਡ ਦੈਟ ਟੇਕਸ ਆਲ ਦਾ ਪਲੇਜ਼ਰ ਆਊਟ ਆਫ ਦਾ ਵਰਕ, ਅਤੇ ਇਹ ਜੋ ਗੱਲ ਹੈ, ਜੋ ਲੁੱਟਣ ਦਾ ਕੰਮ ਹੁੰਦਾ ਹੈ ਨਾ, ਉਸਦੀ ਸਾਰੀ ਖੁਸ਼ੀ ਹੀ ਚਲੀ ਜਾਂਦੀ ਹੈ। ਚੋਰ ਕੀ ਦੱਸ ਰਿਹਾ ਕਿ ਜੇ ਇੱਕ ਲਾਪਰਵਾਹ ਵਿਅਕਤੀ ਨੂੰ ਲੁੱਟਦੇ ਆ, ਜਦ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਲੁੱਟਿਆ ਗਿਆ ਹਾਂ, ਅਤੇ ਫਿਰ ਕੋਈ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ, ਕੋਈ ਸਵਾਦ ਨਹੀਂ ਆਉਂਦਾ, ਚੋਰੀ ਕਰਨ ਦਾ ਸਵਾਦ ਨਹੀਂ ਆਉਂਦਾ। ਆਪਣਾ ਇਹ ਐਕਸਪੀਰੀਅੰਸ ਦੱਸ ਰਿਹਾ ਚੋਰ। ਵੈਲ ਇਟ ਇਜ਼ ਟਾਈਮ ਆਈ ਡਿਡ ਸਮ ਰੀਅਲ ਵਰਕ, ਹੁਣ ਕੀ ਹੈ, ਇਹ ਸਮਾਂ ਸੀ ਕਿ ਮੈਂ ਕੋਈ ਆਪਣਾ ਰੀਅਲ ਇਹ ਵਰਕ ਕਰਦਾ। ਆਈ ਟੋਲਡ ਮਾਈ ਸੈਲਫ, ਮੈਂ ਆਪਣੇ ਆਪ ਨੂੰ ਇਹ ਗੱਲ ਕਹੀ। ਆਈ ਐਮ ਆਊਟ ਆਫ ਪ੍ਰੈਕਟਿਸ, ਮੈਂ ਕੀ ਹਾਂ, ਆਊਟ ਆਫ ਪ੍ਰੈਕਟਿਸ ਹਾਂ, ਕਾਫੀ ਸਮੇਂ ਤੋਂ ਚੋਰੀ ਨਹੀਂ ਨਾ ਕੀਤੀ ਸੀ। ਆਪਣੇ ਆਪ ਨੂੰ ਹੀ ਗੱਲ ਕਰ ਰਿਹਾ ਕਿ ਮੈਂ ਆਊਟ ਆਫ ਪ੍ਰੈਕਟਿਸ ਸੀ। ਐਂਡ ਇਫ ਆਈ ਡੋਂਟ ਟੇਕ ਦਾ ਮਨੀ, ਅਤੇ ਜੇਕਰ ਮੈਂ ਪੈਸੇ ਨਹੀਂ ਲੈਂਦਾ, ਹੀ ਵਿਲ ਓਨਲੀ ਵੇਸਟ ਇਟ ਔਨ ਹਿਜ਼ ਫਰੈਂਡਸ, ਅਤੇ ਜੇਕਰ ਮੈਂ ਇਸ ਦੇ ਪੈਸੇ ਵੀ ਨਹੀਂ ਚੋਰੀ ਕਰ ਲੈਂਦਾ ਨਾ, ਤਾਂ ਇਹ ਕੀ ਕਰੇਗਾ, ਆਪਣੇ ਫਰੈਂਡਸ ਉੱਤੇ ਹੀ ਵੇਸਟ ਕਰ ਦੇਵੇਗਾ। ਇਹ ਸੋਚ ਰਿਹਾ ਹੈ, ਨਾਲ ਹੀ ਇਹ ਸੋਚ ਰਿਹਾ ਹੈ ਕਿ ਮੈਂ ਆਊਟ ਆਫ ਪ੍ਰੈਕਟਿਸ ਹਾਂ, ਪ੍ਰੈਕਟਿਸ ਵੀ ਹੈ ਨਹੀਂ ਮੈਨੂੰ ਹੁਣ ਚੋਰੀ ਕਰਨ ਦੀ, ਕਾਫੀ ਟਾਈਮ ਹੋ ਗਿਆ ਮੈਂ ਚੋਰੀ ਨਹੀਂ ਕੀਤੀ, ਅਤੇ ਜੇਕਰ ਮੈਂ ਇਹਦੇ ਇਹ ਪੈਸੇ ਨਾ ਲਏ ਤਾਂ ਇਹ ਆਪਣੇ ਫਰੈਂਡਸ ਉੱਤੇ ਇਹ ਵੇਸਟ ਕਰ ਦੇਵੇਗਾ। ਆਫਟਰ ਆਲ ਹੀ ਡਜ਼ ਨਾਟ ਈਵਨ ਪੇ ਮੀ, ਫਿਰ ਨਾਲ ਉਹ ਚੋਰੀ ਕਰਨ ਦੇ ਆਪਣੇ ਵਿਚਾਰ ਨੂੰ ਹੋਰ ਫਿਮ ਕਰਨ ਦੇ ਲਈ, ਹੋਰ ਪੱਕਾ ਕਰਨ ਦੇ ਲਈ ਇਹ ਵੀ ਕਹਿੰਦਾ ਕਿ ਚਲੋ ਇਹ ਮੈਨੂੰ ਕੁਝ ਪੇ ਵੀ ਨਹੀਂ ਕਰਦਾ ਨਾ, ਮੇਰੇ ਕੰਮ ਦੇ ਲਈ ਪੇ ਵੀ ਨਹੀਂ ਕਰਦਾ ਨਾ, ਚਲੋ ਫੇਰ ਕੀ ਹੋ ਗਿਆ ਜੇ ਚੋਰੀ ਕਰ ਲਵਾਂਗਾ ਤਾਂ। ਅਨਿਲ ਵਾਜ਼ ਅਸਲੀਪ, ਅਨਿਲ ਕੀ ਹੈ, ਸੁੱਤਾ ਹੋਇਆ ਸੀ। ਅ ਬੀਮ ਆਫ ਮੂਨਲਾਈਟ ਸਟੈਪਡ ਓਵਰ ਦਾ ਬੈਲਕੋਨੀ ਐਂਡ ਫੈਲ ਔਨ ਦਾ ਬੈੱਡ, ਹੁਣ ਇੱਕ ਮੂਨਲਾਈਟ, ਇੱਕ ਕਿਰਨ ਆ ਰਹੀ ਸੀ ਚੰਦਰਮਾ ਤੋਂ, ਰੋਸ਼ਨੀ ਆ ਰਹੀ ਸੀ, ਉਹ ਕੀ ਹੈ, ਬਾਲਕੋਨੀ ਦੇ ਵਿੱਚ ਦੀ ਹੁੰਦੀ ਹੋਈ ਨਾ ਅੰਦਰ ਬੈੱਡ ਦੇ ਉੱਪਰ ਜਾ ਰਹੀ ਸੀ। ਕਿਉਂਕਿ ਇਹ ਚੋਰ ਕਿੱਥੇ ਸੁੱਤਾ ਹੋਇਆ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਥੱਲੇ ਸਵੀਟ ਸ਼ਾਪ ਸੀ, ਉੱਪਰ ਰੂਮ ਕਿਸ ਦਾ ਸੀ, ਅਨਿਲ ਦਾ, ਅਤੇ ਅਨਿਲ ਦੇ ਰੂਮ ਦੇ ਸਾਹਮਣੇ ਜੋ ਥੋੜਾ ਜਿਹਾ ਓਪਨ ਸਪੇਸ ਹੁੰਦਾ ਉਹ ਉਸਨੂੰ ਬੈਲਕੋਨੀ ਕਹਿ ਦਿੰਦੇ ਆ, ਅਤੇ ਬੈਲਕੋਨੀ ਦੇ ਵਿੱਚ ਹੀ ਇਹ ਜੋ ਚੋਰ ਸੀ ਇਸ ਨੂੰ ਸੌਣ ਦੀ ਪਰਮਿਸ਼ਨ ਦਿੱਤੀ ਹੋਈ ਸੀ। ਅਤੇ ਜੋ ਚੰਦਰਮਾ ਦੀ ਰੋਸ਼ਨੀ ਸੀ ਉਹ ਕੀ ਹੈ, ਬੈਲਕੋਨੀ ਦੇ ਵਿੱਚ ਦੀ ਹੁੰਦੀ ਹੋਈ ਕੀ ਹੈ, ਅੰਦਰ ਅਨਿਲ ਦੇ ਬੈੱਡ ਤੱਕ ਪਹੁੰਚ ਰਹੀ ਸੀ। ਆਈ ਸੈਟ ਅਪ ਔਨ ਦਾ ਫਲੋਰ, ਮੈਂ ਫਰਸ਼ ਉੱਪਰ ਖੜਾ ਹੋਇਆ। ਕੰਸੀਡਰਿੰਗ ਦਾ ਸਿਚੁਏਸ਼ਨ, ਪੂਰੀ ਸਿਚੁਏਸ਼ਨ ਨੂੰ ਮੈਂ, ਪੂਰੀ ਸਥਿਤੀ ਨੂੰ ਕੰਸੀਡਰ ਕਰ ਰਿਹਾ ਸੀ। ਇਫ ਆਈ ਟੁੱਕ ਦਾ ਮਨੀ,
I could catch the 10:30 express to Lucknow। ਕੀ ਸੋਚ ਰਿਹਾ ਸੀ ਚੋਰ ਕਿ ਜੇਕਰ ਮੈਂ ਇਹ ਪੈਸੇ ਚੋਰੀ ਕਰ ਲਵਾਂ ਤਾਂ ਮੈਂ 10:30 ਵਾਲੀ ਜੋ ਐਕਸਪ੍ਰੈਸ ਜਾਂਦੀ ਹੈ ਨਾ ਲਖਨਊ ਵੱਲ ਨੂੰ, ਉਸ ਨੂੰ ਮੈਂ ਫੜ ਸਕਦਾ ਹਾਂ। ਸਲੀਪਿੰਗ ਆਊਟ ਆਫ ਦਾ ਬਲੈਂਕਟ, ਕੰਬਲ ਦੇ ਵਿੱਚੋਂ ਬਾਹਰ ਨਿਕਲਦੇ ਹੋਏ, ਆਈ ਕ੍ਰੈਪਟ ਅਪ ਟੂ ਦਾ ਬੈੱਡ, ਮੈਂ ਬੈੱਡ ਦੇ ਵੱਲ ਨੂੰ ਰੇਂਗ ਕੇ ਗਿਆ, ਕਿਉਂਕਿ ਇਸ ਨੂੰ ਡਰ ਸੀ ਨਾ ਕਿਤੇ ਅਨਿਲ ਵੀ ਜਾਗ ਨਾ ਜਾਵੇ। ਅਨਿਲ ਵਾਜ਼ ਸਲੀਪਿੰਗ ਪੀਸਫੁਲੀ, ਅਨਿਲ ਕੀ ਹੈ ਬੜੀ ਸ਼ਾਂਤੀ ਨਾਲ ਸੌਂ ਰਿਹਾ ਸੀ। ਹਿਜ਼ ਫੇਸ ਵਾਜ਼ ਕਲੀਅਰ ਐਂਡ ਅਨਲਾਈਨਡ, ਅਨਿਲ ਦਾ ਚਿਹਰਾ ਸੀ ਜੋ ਬਿਲਕੁਲ ਕਲੀਅਰ ਸੀ, ਕੋਈ ਵੀ ਲਾਈਨ ਉਸਦੇ ਚਿਹਰੇ ਉੱਤੇ ਨਹੀਂ ਦਿਖ ਰਹੀ ਸੀ ਕਿਉਂਕਿ ਉਹ ਬੜੀ ਸ਼ਾਂਤੀ ਨਾਲ ਸੌਂ ਰਿਹਾ ਸੀ। ਈਵਨ ਆਈ ਹੈਡ ਮੋਰ ਮਾਰਕਸ ਔਨ ਮਾਈ ਫੇਸ ਦੋ ਮਾਈਨ ਵਰ ਮੋਸਟਲੀ ਸਕਾਰਸ, ਇੱਥੋਂ ਤੱਕ ਕਿ ਮੇਰੇ ਚਿਹਰੇ ਦੇ ਉੱਤੇ ਜ਼ਿਆਦਾ ਨਿਸ਼ਾਨ ਸਨ। ਭਾਵੇਂ ਕੀ ਹੈ ਇਹ ਜੋ ਨਿਸ਼ਾਨ ਸਨ ਸਕਾਰ ਸਨ, ਕੋਈ ਝਰੀਟਾਂ ਜ਼ਖਮਾਂ ਵਗੈਰਾ ਦੇ ਨਿਸ਼ਾਨ ਸਨ। ਮਾਈ ਹੈਂਡ ਸਲਿਡ ਅੰਡਰ ਦਾ ਮੈਟਰਸ ਸਰਚਿੰਗ ਫॉर ਦਾ ਨੋਟਸ, ਮੇਰਾ ਜੋ ਹੱਥ ਸੀ ਉਹ ਕੀ ਹੈ ਮੈਟਰਸ ਦੇ ਥੱਲੇ ਵੱਲ ਨੂੰ ਗਿਆ, ਨੋਟਸ ਦੀ ਭਾਲ ਦੇ ਵਿੱਚ। ਗੱਦਿਆਂ ਦੇ ਥੱਲੇ ਇਸਨੇ ਆਪਣਾ ਹੱਥ ਵਧਾਇਆ ਕਿਉਂਕਿ ਇੱਕ ਮੈਟਰਸ ਦੇ ਥੱਲੇ ਹੀ ਉਸਨੇ ਨੋਟ ਰੱਖੇ ਸਨ ਨਾ ਅਨਿਲ ਨੇ, ਇਸਨੇ ਪਹਿਲਾਂ ਵੇਖ ਰਿਹਾ ਸੀ ਅਨਿਲ ਨੂੰ ਰੱਖਦੇ ਹੋਏ। ਵੈਨ ਆਈ ਫਾਊਂਡ them, ਜਦ ਮੈਂ ਉਹਨਾਂ ਨੋਟਸ ਨੂੰ ਲੱਭ ਲਿਆ, I drew them out without a sound, ਬਿਨਾਂ ਆਵਾਜ਼ ਕੀਤੇ ਮੈਂ ਉਹਨਾਂ ਨੋਟਾਂ ਨੂੰ ਕੱਢ ਲਿਆ। ਅਨਿਲ sighed in his sleep and turned on his side, ਅਨਿਲ ਨੇ ਇੱਕ ਆਪਣੀ ਨੀਂਦ ਦੇ ਵਿੱਚ ਹੌਂਕਾ ਜਿਹਾ ਲੈਂਦੇ ਹੋਏ ਕੀ ਹੈ ਮੇਰੀ ਸਾਈਡ ਵੱਲ ਹੀ ਆਪਣਾ ਚਿਹਰਾ ਘੁਮਾ ਲਿਆ, towards me। I was startled and quickly crawled out of the room, ਮੈਂ ਕੀ ਹੈ ਸਟਾਰਟਲਡ ਕੀ ਹੁੰਦਾ ਸ਼ੋਇੰਗ ਸਡਨ ਸ਼ੌਕ ਔਰ ਅਲਾਰਮ, ਮੈਂ ਜਦ ਇਸ ਦਾ ਚਿਹਰਾ ਚੋਰ ਦੇ ਵੱਲ ਹੋ ਗਿਆ ਸੀ ਨਾ, ਅਨਿਲ ਦਾ ਚਿਹਰਾ ਸੁੱਤੇ ਪਏ ਦਾ ਹੀ ਹੋ ਗਿਆ ਸੀ, ਤਾਂ ਕੀ ਹੋ ਗਿਆ ਇਹ ਬਿਲਕੁਲ ਘਬਰਾ ਜੇ ਗਿਆ ਅਤੇ ਕਰੌਲ ਕਰਦਾ ਹੋਇਆ ਕੀ ਹੈ ਰੂਮ ਦੇ ਵਿੱਚ ਦੀ ਰੂਮ ਤੋਂ ਉਹ ਕੀ ਹੈ ਬਾਹਰ ਆ ਗਿਆ, ਰੇਂਗਦਾ ਹੋਇਆ ਕੀ ਹੈ ਰੂਮ ਦੇ ਵਿੱਚੋਂ ਬਾਹਰ ਆ ਗਿਆ। ਗੋਡਿਆਂ ਦੇ ਭਾਰ ਜਦ ਚੱਲਣਾ ਹੁੰਦਾ ਉਸ ਨੂੰ ਕੀ ਕਹਿ ਦਿੰਦੇ ਆਪਾਂ ਕਰੌਲਡ ਕਰਨ। When I was on the road, ਜਦ ਮੈਂ ਰੋਡ ਉੱਪਰ ਸੀ, ਸੜਕ ਉੱਪਰ ਸੀ, I began to run, ਮੈਂ ਦੌੜਨਾ ਸ਼ੁਰੂ ਕਰ ਦਿੱਤਾ। I had the notes at my waist, held there by the string of my pajama, ਜੋ ਨੋਟ ਸੀ ਉਹ ਕੀ ਹੈ ਮੇਰੇ ਲੱਕ ਦੇ ਨਾਲ ਬੰਨੇ ਹੋਏ ਸੀ, ਜੋ ਪਜਾਮੇ ਦੀ ਸਟਰਿੰਗ ਸੀ ਨਾ, ਜੋ ਨਾਲਾ ਹੁੰਦਾ ਪਜਾਮੇ ਦਾ, ਉਸ ਦੇ ਨਾਲ ਇਸਨੇ ਨੋਟਸ ਨੂੰ ਬੰਨ ਲਿਆ ਸੀ। I slowed down to a walk and counted the notes, ਮੈਂ ਆਪਣੀ ਜੋ ਇਹ ਵਾਕ ਸੀ ਪਹਿਲਾਂ ਦੌੜਨਾ ਸ਼ੁਰੂ ਕਰ ਦਿੱਤਾ ਸੀ ਨਾ ਇਸਨੇ ਰੋਡ ਉੱਪਰ, ਥੋੜੀ ਜੀ ਹੌਲੀ ਕੀਤੀ ਕਹਿੰਦਾ ਮੈਂ ਆਪਣੀ ਵਾਕ, ਅਤੇ ਉਹ ਜੋ ਨੋਟਸ ਸਨ ਉਹਨਾਂ ਨੂੰ ਕਾਊਂਟਡ ਕੀਤਾ, ਗਿਣਿਆ। 600 ਰੁਪੀਜ਼ ਇਨ 50s, 50 ਦੇ ਨੋਟਾਂ ਦੇ 600 ਰੁਪਈਏ ਸਨ। I could live like an oil rich Arab for a week or two, ਕੀ ਸੋਚਦਾ ਇਹ ਚੋਰ ਨੇ ਕੀ ਸੋਚਿਆ ਕਿ ਮੈਂ 1 ਜਾਂ 2 ਹਫ਼ਤੇ ਅਰਬ ਦੇ ਜੋ ਆਇਲ ਰਿਚ ਅਰਬ ਕੀ ਹੁੰਦਾ ਹੈ, ਜੋ ਅਰਬ ਦੇ ਲੋਕ ਜੋ ਤੇਲ ਦਾ ਕੰਮ ਕਰਦੇ ਹਨ ਨਾ ਜ਼ਿਆਦਾ, ਉਹ ਕਾਫੀ ਅਮੀਰ ਲੋਕ ਮੰਨੇ ਜਾਂਦੇ ਹਨ ਤੇ ਸ਼ੇਖ ਵਗੈਰਾ ਜੋ ਹੁੰਦੇ ਆ, ਤਾਂ ਕੀ ਸੋਚਦਾ ਇਹ ਕਿ ਮੈਂ ਅਰਬ ਦੇ ਸ਼ੇਖਾਂ ਦੇ ਵਾਂਗ, ਅਰਬ ਆਇਲ ਰਿਚ ਲੋਕਾਂ ਦੇ ਵਾਂਗ ਕੀ ਹੈ 1 ਜਾਂ 2 ਹਫ਼ਤੇ ਮੈਂ ਇਹਨਾਂ ਪੈਸਿਆਂ ਦੇ ਨਾਲ ਰਹਿ ਸਕਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਅਨਿਲ ਦੇ ਮਾਈਂਡ ਦੇ ਵਿੱਚ ਆ ਰਹੀਆਂ ਸਨ। When I reached the station, ਜਦ ਮੈਂ ਸਟੇਸ਼ਨ ਤੇ ਪਹੁੰਚਿਆ, I did not stop at the ticket office, ਮੈਂ ਟਿਕਟ ਆਫਿਸ ਦੇ ਕੋਲ ਨਾ ਰੁਕਿਆ। I had never bought a ticket in my life, ਕਿਉਂਕਿ ਮੈਂ ਆਪਣੇ ਜੀਵਨ ਵਿੱਚ ਕਦੇ ਟਿਕਟ ਖਰੀਦੀ ਹੀ ਨਹੀਂ ਸੀ। But dashed straight to the platform, dashed ਕੀ ਹੁੰਦਾ ran toward, ਪਰ ਮੈਂ ਕੀ ਹੈ ਪਲੇਟਫਾਰਮ ਦੇ ਵੱਲ ਦੌੜਿਆ। The ਲਖਨਊ ਐਕਸਪ੍ਰੈਸ was just moving out, ਜੋ ਲਖਨਊ ਐਕਸਪ੍ਰੈਸ ਸੀ ਉਹ ਬਸ ਉੱਥੋਂ ਜਾਣ ਹੀ ਵਾਲੀ ਸੀ। ਜਸਟ ਮੂਵਿੰਗ ਆਊਟ ਕੀ ਹੈ ਉੱਥੋਂ ਜਾਣ ਹੀ ਵਾਲੀ ਸੀ। ਦ ਟ੍ਰੇਨ ਹੈਡ ਸਟਿਲ ਟੂ ਪਿਕ ਅਪ ਸਪੀਡ, ਟ੍ਰੇਨ ਨੇ ਹਾਲੇ ਆਪਣੀ ਸਪੀਡ ਫੜਨੀ ਸੀ। ਐਂਡ ਆਈ ਸ਼ੁੱਡ ਹੈਵ ਬੀਨ ਏਬਲ ਟੂ ਜੰਪ ਇਨਟੂ ਵਨ ਆਫ ਦਾ ਕੈਰੇਜਸ, ਅਤੇ ਮੈਂ ਕੀ ਹੈ ਉਹ ਜੋ ਟ੍ਰੇਨ ਦੇ ਢੱਬੇ ਹੁੰਦੇ ਆ ਉਹਨਾਂ ਵਿੱਚੋਂ ਕਿਸੇ ਨਾ ਕਿਸੇ ਢੱਬੇ ਦੇ ਵਿੱਚ ਜੰਪ ਕਰ ਸਕਦਾ ਸੀ, ਚੜ੍ਹ ਸਕਦਾ ਸੀ, ਕਿਉਂਕਿ ਟ੍ਰੇਨ ਨੇ ਸਪੀਡ ਨਹੀਂ ਫੜੀ ਸੀ, ਤੇਜ਼ ਜ਼ਿਆਦਾ ਨਹੀਂ ਹੋਈ ਸੀ। ਬਟ ਆਈ ਹੈਜ਼ੀਟੇਟਡ, ਪਰ ਮੈਂ ਕੀ ਹੈ ਥੋੜਾ ਜਿਹਾ ਹਿਚਕਚਾਇਆ। ਹੈਜ਼ੀਟੇਟਡ ਕੀ ਹੁੰਦਾ ਵਾਜ਼ ਰਿਲਕਟੈਂਟ, ਥੋੜਾ ਜਿਹਾ ਹਿਚਕਚਾਇਆ। ਫॉर ਸਮ ਰੀਜ਼ਨ ਆਈ ਕਾਂਟ ਐਕਸਪਲੇਨ, ਕੁਝ ਕਾਰਨ ਸੀ ਕਹਿੰਦਾ ਜੋ ਮੈਂ ਐਕਸਪਲੇਨ ਨਹੀਂ ਕਰ ਸਕਦਾ। ਐਂਡ ਆਈ ਲੋਸਟ ਦਾ ਚਾਂਸ ਟੂ ਗੈਟ ਅਵੇ, ਅਤੇ ਮੈਂ ਉੱਥੋਂ ਚਲੇ ਜਾਣ ਦਾ ਮੌਕਾ ਹੀ ਗਵਾ ਦਿੱਤਾ।
When the train had gone, ਜਦ ਟ੍ਰੇਨ ਜਾ ਚੁੱਕੀ ਸੀ, I found myself standing alone on the deserted platform. ਜਦ ਟ੍ਰੇਨ ਜਾ ਚੁੱਕੀ ਸੀ ਨਾ, ਅਤੇ ਮੈਂ ਆਪਣੇ ਆਪ ਨੂੰ ਕੀ ਹੈ ਉਸ ਵੀਰਾਨ ਪਲੇਟਫਾਰਮ ਦੇ ਉੱਪਰ, ਡਿਜ਼ਰਟਡ ਕੀ ਹੁੰਦਾ ਹੈ, ਐਮਪਟੀ, ਖਾਲੀ ਪਲੇਟਫਾਰਮ ਦੇ ਉੱਪਰ, ਵੀਰਾਨ ਪਲੇਟਫਾਰਮ ਦੇ ਉੱਪਰ ਆਪਣੇ ਆਪ ਨੂੰ ਇਕੱਲਾ ਪਾਇਆ। ਆਈ ਹੈਡ ਨੋ ਆਈਡੀਆ ਵੇਅਰ ਟੂ ਸਪੈਂਡ ਦ ਨਾਈਟ। ਮੇਰੇ ਕੋਲੇ ਕੋਈ ਵੀ ਵਿਚਾਰ ਨਹੀਂ ਸੀ ਦਿਮਾਗ ਦੇ ਵਿੱਚ ਕਿ ਹੁਣ ਮੈਂ ਰਾਤ ਕਿੱਥੇ ਬਿਤਾਵਾਂਗਾ। ਆਈ ਹੈਡ ਨੋ ਫਰੈਂਡਸ, ਮੇਰਾ ਕੋਈ ਵੀ ਦੋਸਤ ਨਹੀਂ ਸੀ। ਬਿਲੀਵਿੰਗ ਦੈਟ ਫਰੈਂਡਸ ਵਰ ਮੋਰ ਟਰਬਲ ਦੈਨ ਹੈਲਪ, ਕਿਉਂਕਿ ਮੇਰਾ ਹਮੇਸ਼ਾ ਹੀ ਇਹ ਵਿਸ਼ਵਾਸ ਰਿਹਾ ਸੀ ਕਿ ਜੋ ਫਰੈਂਡਸ ਹੁੰਦੇ ਹਨ ਉਹ ਜ਼ਿਆਦਾ ਟਰਬਲ ਦਿੰਦੇ ਹਨ, ਹੈਲਪ ਨਹੀਂ ਕਰਦੇ। ਐਂਡ ਆਈ ਡਿਡ ਨਾਟ ਵਾਂਟ ਟੂ ਮੇਕ ਐਨੀਵਨ curious by staying at one of the small hotels near the station। ਅਤੇ ਮੈਂ ਇਹ ਵੀ ਨਹੀਂ ਚਾਹੁੰਦਾ ਸੀ ਕਿਸੇ ਨੂੰ ਕੀ ਹੈ, ਕਰੀਅਸ ਕੀ ਹੁੰਦਾ ਹੈ, eager to know or learn something, ਕਿ ਕੋਈ ਉਤਸੁਕ ਹੋਵੇ ਮੇਰੇ ਬਾਰੇ ਜਾਣਨ ਦੇ ਵਿੱਚ ਕਿ ਮੈਂ ਕੌਣ ਹਾਂ, ਕੋਈ ਮੇਰੇ ਉੱਤੇ ਸ਼ੱਕ ਕਰੇ। ਮੈਂ ਇਸ ਤਰ੍ਹਾਂ ਦਾ ਮੌਕਾ ਕਿਸੇ ਨੂੰ ਨਹੀਂ ਦੇਣਾ ਚਾਹੁੰਦਾ ਸੀ। ਉਸ ਸਟੇਸ਼ਨ ਦੇ ਉੱਤੇ ਕਿਸੇ ਸਮੌਲ ਹੋਟਲ ਦੇ ਵਿੱਚ, ਕਿਸੇ ਛੋਟੇ ਹੋਟਲ ਦੇ ਵਿੱਚ ਰੁਕ ਕੇ। The only person I knew really well was the man I had robbed। ਇੱਕੋ ਇੱਕ ਪਰਸਨ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਉਹ ਕੌਣ ਸੀ, ਜਿਸ ਨੂੰ ਮੈਂ ਲੁੱਟ ਲਿਆ ਸੀ, ਯਾਨੀ ਕਿ ਅਨਿਲ। ਅਨਿਲ ਨੂੰ ਹੀ ਇਹ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਤੋਂ ਇਹ ਲੁੱਟ ਕੇ ਲਿਆਇਆ ਸੀ। ਉਸ ਨੂੰ 600 ਰੁਪਇਆ ਉਸਦਾ ਚੋਰੀ ਕਰਕੇ ਆਇਆ ਸੀ। ਅਤੇ ਹੁਣ ਕੀ ਹੈ, ਇਹ ਜੋ ਚੋਰ ਸੀ ਕਨਫਿਊਜ਼ਨ ਵਿੱਚ ਸੀ ਕਿ ਮੈਂ ਕਿੱਥੇ ਜਾਵਾਂ। ਲੀਵਿੰਗ ਦਾ ਸਟੇਸ਼ਨ ਆਈ ਵਾਕਡ ਸਲੋਲੀ ਥਰੂ ਦਾ ਬਾਜ਼ਾਰ। ਸਟੇਸ਼ਨ ਨੂੰ ਮੈਂ ਛੱਡਿਆ ਅਤੇ ਮੈਂ ਹੌਲੀ ਹੌਲੀ ਕੀ ਹੈ ਬਾਜ਼ਾਰ ਦੇ ਵਿੱਚੋਂ ਦੀ ਚੱਲਦਾ ਗਿਆ। ਇਨ ਮਾਈ ਸ਼ਾਰਟ ਕਰੀਅਰ ਐਜ਼ ਅ ਥੀਫ, ਮੇਰੇ ਇਸ ਛੋਟੇ ਕਰੀਅਰ ਦੇ ਵਿੱਚ, ਇੱਕ ਚੋਰ ਦੇ ਕਰੀਅਰ ਦੇ ਵਿੱਚ, ਕਿਉਂਕਿ ਜ਼ਿਆਦਾ ਟਾਈਮ ਇਸ ਨੂੰ ਨਹੀਂ ਹੋਇਆ ਸੀ ਚੋਰੀ ਸਟਾਰਟ ਕੀਤੇ ਹੋਏ, ਆਈ ਹੈਡ ਮੇਡ ਅ ਸਟੱਡੀ ਆਫ ਮੈਨਸ ਫੇਸਸ। ਮੈਂ ਇੱਕ ਸਟੱਡੀ ਕਰ ਲਈ ਸੀ ਆਦਮੀਆਂ ਦੇ ਚਿਹਰੇ ਪੜ੍ਹਨ ਦੀ। ਵੈਨ ਦੇ ਹੈਡ ਲੋਸਟ ਦੇਅਰ ਗੁਡਸ, ਜਦ ਉਹ ਆਪਣਾ ਸਮਾਨ ਗਵਾ ਦਿੰਦੇ ਸਨ। ਦ ਗਰੀਡੀ ਮੈਨ ਸ਼ੋਡ ਫੀਅਰ, ਜੋ ਲਾਲਚੀ ਆਦਮੀ ਹੁੰਦੇ ਸੀ, ਜੇਕਰ ਉਹਨਾਂ ਦੇ ਚੋਰੀ ਕਰ ਲਈ ਜਾਂਦੀ ਤਾਂ ਉਹ ਡਰ ਜਾਂਦੇ ਸੀ। ਦ ਰਿਚ ਮੈਨ ਸ਼ੋਡ ਐਂਗਰ, ਅਤੇ ਜੋ ਅਮੀਰ ਆਦਮੀ ਹੁੰਦੇ ਸੀ ਉਹ ਐਂਗਰ ਸ਼ੋ ਕਰਦੇ, ਗੁੱਸੇ ਹੁੰਦੇ ਉਹ ਕਿ ਜਦ ਉਹਨਾਂ ਨੂੰ ਲੁੱਟ ਲਿਆ ਜਾਂਦਾ, ਚੋਰੀ ਕਰ ਲਈ ਜਾਂਦੀ। ਦ ਪੂਅਰ ਮੈਨ ਸ਼ੋਡ ਅਸੈਪਟੈਂਸ, ਅਤੇ ਜੋ ਗਰੀਬ ਆਦਮੀ ਹੁੰਦੇ ਸੀ ਉਹ ਇਸ ਸਥਿਤੀ ਨੂੰ ਸਵੀਕਾਰ ਕਰ ਲੈਂਦੇ। ਉਹ ਨਾ ਜ਼ਿਆਦਾ ਗੁੱਸੇ ਹੁੰਦੇ, ਨਾ ਜ਼ਿਆਦਾ ਚਿੰਤਤ ਹੁੰਦੇ, ਬਸ ਇਸ ਸਥਿਤੀ ਨੂੰ ਉਹ ਕੀ ਹੈ ਸਵੀਕਾਰ ਹੀ ਕਰ ਲੈਂਦੇ। ਬਟ ਆਈ ਨਿਊ ਦੈਟ ਅਨਿਲਸ ਫੇਸ ਵੈਨ ਹੀ ਡਿਸਕਵਰਡ ਦ ਥੈਫਟ ਵੁੱਡ ਸ਼ੋ ਓਨਲੀ ਅ ਟੱਚ ਆਫ ਸੈਡਨੈਸ। ਪਰ ਮੈਂ ਜਾਣਦਾ ਸੀ ਕਿ ਅਨਿਲ ਦਾ ਚਿਹਰਾ ਜਦ ਉਸਨੂੰ ਪਤਾ ਲੱਗੇਗਾ ਨਾ ਕਿ ਚੋਰੀ ਹੋ ਗਈ ਹੈ, ਉਸਨੂੰ ਲੁੱਟ ਲਿਆ ਗਿਆ ਹੈ, ਉਹ ਕਿਸ ਤਰ੍ਹਾਂ ਦੇ ਸਾਈਨ ਸ਼ੋ ਕਰੇਗਾ, ਉਹ ਉਦਾਸ ਹੋ ਜਾਵੇਗਾ, ਸੈਡਨੈਸ ਸ਼ੋ ਕਰੇਗਾ। ਇਸ ਤਰ੍ਹਾਂ ਦੀ ਗੱਲ ਮਹਿਸੂਸ ਕਰਦਾ ਇਹ ਚੋਰ ਕਿ ਜਦ ਅਨਿਲ ਨੂੰ ਪਤਾ ਲੱਗੇਗਾ ਨਾ ਕਿ ਉਸਨੂੰ ਚੋਰੀ ਕਰ ਲਿਆ ਗਿਆ ਹੈ, ਉਸਨੂੰ ਲੁੱਟ ਲਿਆ ਗਿਆ ਹੈ, ਉਸਦੇ 600 ਰੁਪਏ ਚੋਰੀ ਹੋ ਗਏ ਹਨ, ਤਾਂ ਉਹ ਕੀ ਸ਼ੋ ਕਰੇਗਾ, ਉਸਦਾ ਚਿਹਰਾ ਸੈਡਨੈਸ ਸ਼ੋ ਕਰੇਗਾ। ਨਾਟ ਫॉर ਦ ਲਾਸ ਆਫ ਮਨੀ, ਪੈਸੇ ਦੇ ਘਾਟੇ ਕਰਕੇ ਨਹੀਂ, ਬਟ ਫॉर ਦ ਲਾਸ ਆਫ ਟਰਸਟ, ਪਰ ਉਸ ਵਿਸ਼ਵਾਸ ਤੇ ਲੁੱਟੇ ਜਾਣ ਦੇ ਕਰਕੇ, ਵਿਸ਼ਵਾਸ ਦੇ ਘਾਟੇ ਦੇ ਕਰਕੇ, ਜੋ ਵਿਸ਼ਵਾਸ ਉਸਨੇ ਮੇਰੇ ਉੱਪਰ ਕੀਤਾ ਸੀ ਨਾ, ਮੈਂ ਉਸਦੇ ਨਾਲ ਵਿਸ਼ਵਾਸਘਾਤ ਕੀਤਾ ਹੈ। ਇਹ ਗੱਲ ਸੋਚਦਾ ਹੈ, ਜੋ ਸਾਰੀਆਂ ਗੱਲਾਂ ਉਸਦੇ ਕੀ ਹੈ ਮਾਈਂਡ ਵਿੱਚ ਆ ਰਹੀਆਂ ਹਨ ਕਿ ਇਸ ਤਰ੍ਹਾਂ ਹੀ ਹੋਵੇਗਾ, ਉਹ ਬਹੁਤ ਉਦਾਸ ਹੋ ਜਾਵੇਗਾ ਅਨਿਲ। ਆਈ ਫਾਊਂਡ ਮਾਈਸੈਲਫ ਇਨ ਦਾ ਮੈਦਾਨ, ਮੈਂ ਆਪਣੇ ਆਪ ਨੂੰ ਕਿੱਥੇ ਪਾਇਆ, ਮੈਦਾਨ ਦੇ ਵਿੱਚ ਪਾਇਆ। ਮੈਦਾਨ ਕੀ ਹੁੰਦਾ ਹੈ, ਐਨ ਓਪਨ ਏਰੀਆ ਔਰ ਪਾਰਕ, ਕੋਈ ਓਪਨ ਏਰੀਆ ਹੋਵੇ, ਕੋਈ ਪਾਰਕ ਵਗੈਰਾ ਹੋਵੇ, ਉਸਨੂੰ ਮੈਦਾਨ ਕਹਿ ਦਿੰਦੇ ਆ। ਆਈ ਫਾਊਂਡ ਮਾਈਸੈਲਫ ਇਨ ਦਾ ਮੈਦਾਨ ਐਂਡ ਸੈਟ ਡਾਊਨ ਔਨ ਅ ਬੈਂਚ, ਅਤੇ ਇੱਕ ਬੈਂਚ ਉੱਪਰ ਬੈਠ ਗਿਆ। ਦ ਨਾਈਟ ਵਾਜ਼ ਚਿਲੀ, ਨਾਈਟ ਕੀ ਸੀ, ਬੜੀ ਠੰਡੀ ਸੀ। ਇਟ ਵਾਜ਼ ਅਰਲੀ ਨਵੰਬਰ, ਨਵੰਬਰ ਦੇ ਮਹੀਨੇ ਦੇ ਕੀ ਇਹ ਸ਼ੁਰੂਆਤੀ ਦਿਨ ਸਨ। ਐਂਡ ਅ ਲਾਈਟ ਡ੍ਰਿਜ਼ਲ ਐਡਡ ਟੂ ਮਾਈ ਡਿਸਕੰਫਰਟ। ਡ੍ਰਿਜ਼ਲ ਕੀ ਹੁੰਦਾ, ਜਦ ਬੂੰਦਾਬਾਂਦੀ ਹੋ ਰਹੀ ਹੁੰਦੀ ਹੈ ਨਾ, ਥੋੜੀ ਥੋੜੀ ਬਰਸਾਤ ਹੋ ਰਹੀ ਹੁੰਦੀ ਹੈ, ਲਾਈਟ ਰੇਨਿੰਗ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਡ੍ਰਿਜ਼ਲ। ਅਤੇ ਥੋੜੀ ਥੋੜੀ ਬਰਸਾਤ ਹੋਣੀ ਸ਼ੁਰੂ ਹੋ ਗਈ ਸੀ ਅਤੇ ਇਸਨੇ ਮੇਰੀ ਅਸੁਵਿਧਾ ਨੂੰ ਹੋਰ ਵਧਾ ਦਿੱਤਾ, ਡਿਸਕੰਫਰਟ ਨੂੰ ਹੋਰ ਵਧਾ ਦਿੱਤਾ। ਸੂਨ ਇਟ ਵਾਜ਼ ਰੇਨਿੰਗ ਕੁਆਇਟ ਹੈਵੀਲੀ, ਜਲਦੀ ਹੀ ਕੀ ਹੈ ਬਹੁਤ ਜ਼ਿਆਦਾ ਤੇਜ਼ ਬਰਸਾਤ ਹੋਣੀ ਸ਼ੁਰੂ ਹੋ ਗਈ। ਮਾਈ ਸ਼ਰਟ ਐਂਡ ਪਜਾਮਾ ਸਟਰਕ ਟੂ ਮਾਈ ਸਕਿਨ, ਮੇਰੀ ਸ਼ਰਟ ਅਤੇ ਪਜਾਮਾ ਜੋ ਸੀ ਉਹ ਮੇਰੀ ਸਕਿਨ ਦੇ ਨਾਲ ਬਿਲਕੁਲ ਚਿਪਕ ਗਏ, ਗਿੱਲੇ ਹੋ ਗਏ ਸੀ ਨਾ। ਐਂਡ ਅ ਕੋਲਡ ਵਿੰਡ ਬਲੂ ਟੂ ਰੇਨ ਅਕ੍ਰੋਸ ਮਾਈ ਫੇਸ, ਅਤੇ ਜੋ ਕੀ ਹੈ ਠੰਡੀ ਠੰਡੀ ਹਵਾ ਸੀ
ਉਹ ਕੀ ਹੈ, ਬਲਿਊ ਦਾ ਰੇਨ ਅਕ੍ਰੋਸ ਮਾਈ ਫੇਸ, ਜੋ ਬਰਸਾਤ ਨੂੰ ਕੀ ਹੈ ਉਹ ਕੀ ਮੇਰੇ ਚਿਹਰੇ ਦੇ ਉੱਤੇ ਪਟਕ ਰਹੀ ਸੀ, ਮੇਰੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਬਰਸਾਤ ਪੈ ਰਹੀ ਸੀ ਜਦ ਕਿ ਹਵਾ ਚੱਲ ਰਹੀ ਸੀ। I went back to the bazaar and sat down in the shelter of the clock tower. ਮੈਂ ਦੁਬਾਰਾ ਕਿੱਥੇ ਗਿਆ, ਬਾਜ਼ਾਰ ਵੱਲ ਗਿਆ ਅਤੇ ਇੱਕ ਕਲੌਕ ਟਾਵਰ ਦੇ ਥੱਲੇ ਬੈਠ ਗਿਆ, ਸ਼ੈਲਟਰ ਦੇ ਵਿੱਚ ਬੈਠ ਗਿਆ। ਤੁਸੀਂ ਦੇਖਿਆ ਹੋਣਾ ਇੱਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕੀ ਹੈ, ਇੱਕ ਕਲੌਕ ਟਾਵਰ ਕਈ ਵਾਰ ਬਣਿਆ ਹੋਇਆ ਹੁੰਦਾ, ਵੱਡਾ ਸਾਰਾ ਉੱਪਰ ਕਲੌਕ ਲੱਗਿਆ ਹੁੰਦਾ, ਇੱਕ ਲੰਮੀ ਜਿਹੀ ਇਹ ਸਟਰਕਚਰ ਹੁੰਦੀ ਹੈ, ਉੱਤੇ ਬਹੁਤ ਵੱਡਾ ਕਲੌਕ ਹੁੰਦਾ, ਉਸਨੂੰ ਕਲੌਕ ਟਾਵਰ ਕਹਿ ਦਿੰਦੇ ਆ। ਕੀ ਕਹਿ ਰਿਹਾ ਇਹ ਕਿ ਮੈਂ ਬਾਜ਼ਾਰ ਵੱਲ ਗਿਆ ਅਤੇ ਕਲੌਕ ਟਾਵਰ ਦੇ ਕੀ ਹੈ ਥੱਲੇ ਉਸਦੇ ਸ਼ੈਲਟਰ ਦੇ ਵਿੱਚ ਬੈਠ ਗਿਆ। ਦ ਕਲੌਕ ਸ਼ੋਡ ਮਿਡਨਾਈਟ, ਕਲੌਕ ਦੇ ਉੱਪਰ ਸਮਾਂ ਕੀ ਸ਼ੋ ਹੋ ਰਿਹਾ ਸੀ, ਅੱਧੀ ਰਾਤ ਹੋ ਚੁੱਕੀ ਸੀ। ਆਈ ਫੈਲਟ ਫॉर ਦ ਨੋਟਸ, ਮੈਂ ਨੋਟਾਂ ਨੂੰ ਮਹਿਸੂਸ ਕੀਤਾ, ਜੋ ਨੋਟ ਉਸਦੀ ਜੇਬ ਵਿੱਚ ਸਨ ਉਹਨਾਂ ਨੂੰ ਮਹਿਸੂਸ ਕੀਤਾ ਇਸਨੇ। ਦੇ ਵਰ ਡੈਂਪ ਫਰੋਮ ਦਾ ਰੇਨ, ਉਹ ਕੀ ਹੈ ਰੇਨ ਦੇ ਕਰਕੇ ਗਿੱਲੇ ਹੋ ਚੁੱਕੇ ਸਨ। ਡੈਂਪ ਕੀ ਹੁੰਦਾ, ਵੈਟ ਹੋ ਜਾਣਾ, ਗਿੱਲੇ ਹੋ ਜਾਣਾ। ਅਨਿਲਜ਼ ਮਨੀ, ਕੀ ਸੋਚਦਾ ਫਿਰ ਇਹ ਚੋਰ, ਕੀ ਸੋਚਦਾ ਹੈ ਅਨਿਲ ਦੇ ਪੈਸੇ ਹਨ। ਇਨ ਦਾ ਮਾਰਨਿੰਗ ਹੀ ਵੁੱਡ ਪ੍ਰੋਬੇਬਲੀ ਹੈਵ ਗਿਵਨ ਮੀ 2 or 3 rupees ਟੂ ਗੋ ਟੂ ਦਾ ਸਿਨੇਮਾ। ਤੇ ਨਾਲ ਹੀ ਇਹ ਚੋਰ ਕੀ ਸੋਚ ਰਿਹਾ ਹੈ ਕਿ ਸ਼ਾਇਦ ਸਵੇਰ ਹੋਣ ਤੱਕ, ਜਦ ਸਵੇਰ ਹੋਣੀ ਸੀ, ਅਨਿਲ ਨੇ ਮੈਨੂੰ 2 ਜਾਂ 3 ਰੁਪਏ ਦੇ ਦੇਣੇ ਸੀ ਸਿਨੇਮਾ ਜਾਣ ਦੇ ਲਈ, ਕੋਈ ਫਿਲਮ ਵਗੈਰਾ ਦੇਖ ਕੇ ਆਉਣ ਦੇ ਲਈ ਦੇ ਦੇਣੇ ਸੀ। ਬਟ ਨਾਓ ਆਈ ਹੈਡ ਇਟ ਆਲ, ਪਰ ਨਾਲ ਹੀ ਕੀ ਸੋਚਦਾ ਹੈ ਕਿ ਹੁਣ ਮੇਰੇ ਕੋਲ ਇਹ ਸਾਰੇ ਹੀ ਹਨ। ਆਈ ਕੁਡ ਨਾਟ ਕੁੱਕ ਹਿਜ਼ ਮੀਲਸ, ਪਰ ਉਸਦੇ ਮਾਈਂਡ ਵਿੱਚ ਕੁਝ ਹੋਰ ਗੱਲਾਂ ਵੀ ਆ ਰਹੀਆਂ ਹਨ ਕਿ ਹੁਣ ਮੈਂ ਉਸਦੇ ਲਈ ਭੋਜਨ ਨਹੀਂ ਬਣਾ ਸਕਾਂਗਾ। ਰਨ ਟੂ ਦਾ ਬਾਜ਼ਾਰ ਔਰ ਲਰਨ ਟੂ ਰਾਈਟ ਹੋਲ ਸੈਂਟੈਂਸਸ ਐਨੀਮੋਰ, ਨਾ ਮੈਂ ਬਾਜ਼ਾਰ ਵੱਲ ਜਾ ਸਕਾਂਗਾ ਅਤੇ ਨਾ ਹੀ ਪੂਰੇ ਸੈਂਟੈਂਸ ਸਿੱਖ ਸਕਾਂਗਾ। ਹੁਣ ਇਹ ਸਾਰੀਆਂ ਗੱਲਾਂ ਆ ਰਹੀਆਂ ਕਿ ਮੈਂ ਚੋਰੀ ਤਾਂ ਕਰ ਲਈ, ਪਰ ਇਹਨਾਂ ਸਾਰੀਆਂ ਗੱਲਾਂ ਤੋਂ ਹੁਣ ਕੀ ਆ, ਮੈਂ ਵਾਂਝਾ ਰਹਿ ਜਾਵਾਂਗਾ, ਅਨਿਲ ਦੇ ਨਾਲ ਨਹੀਂ ਰਹਿ ਸਕਾਂਗਾ, ਅਨਿਲ ਦੇ ਲਈ ਖਾਣਾ ਨਹੀਂ ਬਣਾ ਸਕਾਂਗਾ, ਬਾਜ਼ਾਰ ਨਹੀਂ ਜਾ ਸਕਾਂਗਾ ਅਤੇ ਨਾ ਹੀ ਕੀ ਆ ਮੈਂ ਫੁੱਲ ਸੈਂਟੈਂਸ ਸਿੱਖ ਸਕਾਂਗਾ, ਕਿਉਂਕਿ ਅਨਿਲ ਨੇ ਪ੍ਰੋਮਿਸ ਕੀਤਾ ਸੀ ਨਾ ਕਿ ਮੈਂ ਤੈਨੂੰ ਖਾਣਾ ਬਣਾਉਣਾ ਵੀ ਸਿਖਾਵਾਂਗਾ, ਫੁੱਲ ਸੈਂਟੈਂਸਸ ਵੀ ਸਿਖਾਵਾਂਗਾ। ਤਾਂ ਥੋੜਾ ਜਿਹਾ ਚੋਰ ਦੇ ਮਨ ਵਿੱਚ ਕੀ ਹੈ, ਇਹ ਕਮੀ ਮਹਿਸੂਸ ਹੋ ਰਹੀ ਹੈ ਉਸਨੂੰ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੁਣ ਮੈਂ ਵਾਂਝਾ ਰਹਿ ਜਾਵਾਂਗਾ। ਆਈ ਹੈਡ ਫੋਰਗਟਨ ਅਬਾਊਟ them ਇਨ ਦਾ ਐਕਸਾਈਟਮੈਂਟ ਆਫ ਦਾ ਥੈਫਟ, ਚੋਰ ਕੀ ਸੋਚ ਰਿਹਾ ਹੈ ਕਿ ਚੋਰੀ ਦੀ ਐਕਸਾਈਟਮੈਂਟ ਦੇ ਵਿੱਚ, ਉਤੇਜਨਾ ਦੇ ਵਿੱਚ ਮੈਂ ਇਹ ਸਾਰੀਆਂ ਗੱਲਾਂ ਤਾਂ ਭੁੱਲ ਹੀ ਗਿਆ ਸੀ। ਹੋਲ ਸੈਂਟੈਂਸਸ, ਪੂਰੇ ਪੂਰੇ ਸੈਂਟੈਂਸ ਜੋ ਮੈਂ ਸਿੱਖਣੇ ਸੀ। ਆਈ ਨਿਊ ਕੁਡ ਵਨ ਡੇ ਬ੍ਰਿੰਗ ਮੀ ਮੋਰ ਦੈਨ ਅ ਫਿਊ $100 rupees, ਕੀ ਸੋਚ ਰਿਹਾ ਹੈ ਕਿ ਜਦ ਮੈਂ ਫੁੱਲ ਸੈਂਟੈਂਸ ਸਿੱਖ ਲੈਂਦਾ ਨਾ, ਪੜ੍ਹ ਲਿਖ ਜਾਂਦਾ, ਤਾਂ ਉਹ ਗੱਲ ਕੀ ਹੈ ਮੇਰੇ ਲਈ ਜ਼ਿਆਦਾ ਪੈਸੇ ਲਿਆ ਸਕਦੀ ਸੀ, ਮੈਨੂੰ ਜ਼ਿਆਦਾ ਮੈਂ ਕਮਾਈ ਕਰ ਸਕਦਾ ਸੀ ਜਦ ਪੜ੍ਹ ਲਿਖ ਜਾਂਦਾ ਤਾਂ ਇਹਨਾਂ ਕੁਝ ਕੁ $100 rupees ਦੇ ਨਾਲੋਂ। ਇਟ ਵਾਜ਼ ਅ ਸਿੰਪਲ ਮੈਟਰ ਟੂ ਸਟੀਲ, ਇਹ ਕੀ ਹੈ ਇੱਕ ਸਿੰਪਲ ਮੈਟਰ ਹੈ ਚੋਰੀ ਕਰਨਾ, ਐਂਡ ਸਮਟਾਈਮ ਜਸਟ ਐਜ਼ ਸਿੰਪਲ ਟੂ ਬੀ ਕਾਟ, ਅਤੇ ਫੜੇ ਜਾਣਾ। ਇਹ ਛੋਟੀਆਂ ਗੱਲਾਂ ਹਨ, ਸਿੰਪਲ ਗੱਲਾਂ ਹਨ, ਚੋਰੀ ਕਰਨਾ, ਫੜੇ ਜਾਣਾ। ਪਰ ਟੂ ਬੀ ਅ ਰੀਅਲੀ ਬਿਗ ਮੈਨ, ਪਰ ਇੱਕ ਸੱਚਮੁੱਚ ਇੱਕ ਵੱਡਾ ਵਿਅਕਤੀ ਬਣਨਾ, ਇੱਕ ਕਲੈਵਰ ਐਂਡ ਰਿਸਪੈਕਟਡ ਮੈਨ, ਇੱਕ ਕਲੈਵਰ ਅਤੇ ਰਿਸਪੈਕਟਡ ਮੈਨ ਬਣਨਾ ਵਾਸ ਸਮਥਿੰਗ ਐਲਸ, ਇਹ ਕੁਝ ਅਲੱਗ ਗੱਲ ਹੀ ਸੀ, ਇਹ ਇੱਕ ਅਲੱਗ ਹੀ ਗੱਲ ਸੀ। ਹੁਣ ਇਸ ਦੇ ਮਾਈਂਡ ਵਿੱਚ ਇਹ ਗੱਲਾਂ ਆ ਰਹੀਆਂ, ਸ਼ਾਇਦ ਇਸ ਦਾ ਮਨ ਹੁਣ ਬਦਲ ਰਿਹਾ ਸੀ। ਆਈ ਸ਼ੁੱਡ ਗੋ ਬੈਕ ਟੂ ਅਨਿਲ, ਕੀ ਸੋਚ ਰਿਹਾ ਹੈ ਕਿ ਮੈਨੂੰ ਅਨਿਲ ਦੇ ਕੋਲ ਵਾਪਸ ਚਲੇ ਜਾਣਾ ਚਾਹੀਦਾ ਹੈ। ਆਈ ਟੋਲਡ ਮਾਈ ਸੈਲਫ, ਮੈਂ ਆਪਣੇ ਆਪ ਬਾਰੇ ਸੋਚਿਆ, ਆਪਣੇ ਆਪ ਨੂੰ ਕਹਿੰਦਾ, ਮੈਂ ਕਿਹਾ, ਇਹ ਚੋਰੀ ਸਟੋਰੀ ਸੁਣਾ ਰਿਹਾ ਨਾ ਆਪਾਂ ਨੂੰ, ਕੀ ਕਹਿ ਰਿਹਾ, ਮੈਂ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਅਨਿਲ ਦੇ ਕੋਲ ਹੀ ਵਾਪਸ ਚਲੇ ਜਾਣਾ ਚਾਹੀਦਾ ਸੀ। ਇਫ ਓਨਲੀ ਟੂ ਲਰਨ ਟੂ ਰੀਡ ਐਂਡ ਰਾਈਟ, ਜੇਕਰ ਮੈਂ ਲਿਖਣਾ ਪੜ੍ਹਨਾ ਸਿੱਖਣਾ ਚਾਹੁੰਦਾ ਸੀ ਤੇ ਮੈਨੂੰ ਕੀ ਹੈ ਅਨਿਲ ਦੇ ਕੋਲ ਹੀ ਚਲੇ ਜਾਣਾ ਚਾਹੁੰਦਾ ਸੀ, ਇਸ ਤਰ੍ਹਾਂ ਸੋਚ ਰਿਹਾ ਹੈ। ਆਈ ਹਰਿਡ ਬੈਕ ਟੂ ਦਾ ਰੂਮ ਫੀਲਿੰਗ ਵੈਰੀ ਨਰਵਸ, ਮੈਂ ਵਾਪਸ ਰੂਮ ਦੇ ਵੱਲ ਦੌੜਿਆ ਅਤੇ ਬੜਾ ਹੀ ਨਰਵਸ ਫੀਲ ਕਰ ਰਿਹਾ ਸੀ। ਫॉर ਇਟ ਇਜ਼ ਮਚ ਈਜ਼ੀਅਰ ਟੂ ਸਟੀਲ ਸਮਥਿੰਗ ਦੈਨ ਟੂ ਰਿਟਰਨ ਇਟ ਅਨਡਿਟੈਕਟਡ, ਕਿਉਂਕਿ ਇਹ ਬੜਾ ਹੀ ਸੌਖਾ ਸੀ ਕੁਝ ਚੋਰੀ ਕਰ ਲੈਣਾ, ਅਤੇ ਬਿਨਾ ਅਨਡਿਟੈਕਟਡ ਕੀ ਹੁੰਦਾ ਹੈ, ਬਿਨਾ ਕਿਸੇ ਨੂੰ ਪਤਾ ਲੱਗੇ ਉਹ ਚੀਜ਼ ਰਿਟਰਨ ਕਰਨੀ, ਇਹ ਬੜੀ ਮੁਸ਼ਕਿਲ ਗੱਲ ਸੀ। ਆਈ ਓਪਨ ਦਾ ਡੋਰ ਕੁਆਇਟਲੀ, ਮੈਂ ਦਰਵਾਜ਼ਾ ਖੋਲ੍ਹਿਆ ਬੜੇ ਹੀ ਹੌਲੀ ਕੁ ਦਿਨੇ। ਕੁਆਇਟਲੀ ਕੀ ਹੁੰਦਾ, ਬੜੇ ਹੀ ਕਿਸੇ ਨੂੰ ਪਤਾ ਨਾ ਲੱਗੇ, ਬੜੇ ਹੀ ਹੌਲੀ ਕੁ ਦਿਨੇ ਕਹਿੰਦਾ ਮੈਂ ਦਰਵਾਜ਼ਾ ਖੋਲ੍ਹਿਆ। ਦੈਨ ਸਟੁੱਡ ਇਨ ਦਾ ਡੋਰਵੇ, ਫਿਰ ਦਰਵਾਜ਼ੇ ਉੱਪਰ ਖੜਾ ਹੋ ਗਿਆ।
ਇਨ ਕਲਾਊਡਡ ਮੂਨ ਨਾਈਟ। ਹੁਣ ਕੀ ਸੀ ਇਹ? ਮੂਨ ਲਾਈਟ ਸੀ, ਬੜੇ ਹੀ ਬੱਦਲ ਛਾਏ ਹੋਏ ਸਨ ਆਕਾਸ਼ ਦੇ ਉੱਪਰ। ਅਨਿਲ ਵਾਸ ਸਟਿਲ ਅਸਲੀਪ। ਅਨਿਲ ਕੀ ਹੈ? ਹਾਲੇ ਵੀ ਸੁੱਤਾ ਹੋਇਆ ਸੀ, ਕਿਉਂਕਿ 1-2 ਘੰਟੇ ਹੀ ਇਹ ਜੋ ਲੜਕਾ ਸੀ 1-2 ਘੰਟੇ ਹੀ ਬਾਹਰ ਰਿਹਾ। ਅਨਿਲ ਹਾਲੇ ਸੁੱਤਾ ਹੀ ਹੋਇਆ ਸੀ। ਆਈ ਕ੍ਰੈਪਟ ਟੂ ਦਾ ਹੈਡ ਆਫ ਦਾ ਬੈਡ। ਕੀ ਕਹਿ ਰਿਹਾ ਕਿ ਮੈਂ ਰੇਂਗਦਾ ਹੋਇਆ ਹੌਲੀ ਹੌਲੀ ਗੋਡਿਆਂ ਦੇ ਭਾਰ ਸ਼ਾਇਦ ਜਾਂਦਾ ਹੋਇਆ ਮੈਂ ਬੈੱਡ ਦੇ ਕੋਲ, ਬੈੱਡ ਦੇ ਹੈੱਡ ਵਾਲੇ ਪਾਸੇ ਬੈੱਡ ਦੇ ਕਹਿੰਦਾ ਮੈਂ ਚਲਾ ਗਿਆ। ਐਂਡ ਮਾਈ ਹੈਂਡ ਕੇਮ ਅਪ ਵਿਦ ਦਾ ਨੋਟਸ। ਅਤੇ ਮੇਰਾ ਹੱਥ ਕੀ ਹੈ? ਉਹਨਾਂ ਨੋਟਾਂ ਦੇ ਨਾਲ ਬਾਹਰ ਨੂੰ ਵਧਿਆ। ਆਈ ਫੈਲਟ ਹਿਜ਼ ਬ੍ਰੈਥ ਔਨ ਮਾਈ ਹੈਂਡ। ਮੈਂ ਅਨਿਲ ਦਾ ਸਾਹ ਆਪਣੇ ਹੱਥ ਦੇ ਉੱਪਰ ਫੀਲ ਕਰ ਰਿਹਾ ਸੀ। ਠੀਕ ਹੈ, ਹੁਣ ਇਹ ਕੀ ਕਰ ਰਿਹਾ? ਚੋਰ ਹੈ ਜੋ, ਉਹਨਾਂ ਪੈਸਿਆਂ ਨੂੰ ਕੀ ਹੈ ਉੱਥੇ ਹੀ ਅਨਿਲ ਦੇ ਜੋ ਗੱਦੇ ਦੇ ਹੇਠਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਆਈ ਰਿਮੇਨ ਸਟਿਲ ਫॉर ਅ ਮਿਨਟ। ਮੈਂ 1 ਮਿੰਟ ਦੇ ਲਈ ਸ਼ਾਂਤ ਰਿਹਾ। ਦੈਨ ਮਾਈ ਹੈਂਡ ਫਾਊਂਡ ਦਾ ਐਜ ਆਫ ਦਾ ਮੈਟਰੈਸ। ਫਿਰ ਮੇਰੇ ਹੱਥ ਨੇ ਉਸ ਗੱਦੇ ਦੇ ਕਿਨਾਰੇ ਨੂੰ ਲੱਭ ਲਿਆ। ਐਂਡ ਸਲਿਪਡ ਅੰਡਰ ਇਟ ਵਿਦ ਦਾ ਨੋਟਸ। ਅਤੇ ਨੋਟਾਂ ਦੇ ਨਾਲ ਮੇਰਾ ਹੱਥ ਕੀ ਹੈ ਉਸਦੇ ਗੱਦੇ ਦੇ ਥੱਲੇ ਚਲਾ ਗਿਆ। ਆਈ ਅਵੋਕ ਲੇਟ ਨੈਕਸਟ ਮਾਰਨਿੰਗ ਟੂ ਫਾਈਂਡ ਦੈਟ ਅਨਿਲ ਹੈਡ ਆਲਰੇਡੀ ਮੇਡ ਦਾ ਟੀ। ਅਗਲੀ ਸਵੇਰ ਮੈਂ ਥੋੜਾ ਜਿਹਾ ਲੇਟ ਉੱਠਿਆ ਅਤੇ ਮੈਂ ਕੀ ਦੇਖਿਆ ਕਿ ਅਨਿਲ ਨੇ ਪਹਿਲਾਂ ਹੀ ਚਾਹ ਬਣਾ ਲਈ ਸੀ। ਹੀ ਸਟ੍ਰੈਚਡ ਆਊਟ ਹਿਜ਼ ਹੈਂਡ ਟੁਵਾਰਡਸ ਮੀ। ਉਸਨੇ ਆਪਣਾ ਹੱਥ ਮੇਰੇ ਵੱਲ ਵਧਾਇਆ। ਅਨਿਲ ਨੇ ਆਪਣਾ ਹੱਥ, ਦੱਸ ਰਿਹਾ ਚੋਰ, ਮੇਰੇ ਵੱਲ ਵਧਾਇਆ। ਦੇਅਰ ਵਾਜ਼ ਅ 50 ਰੁਪੀ ਨੋਟ ਬਿਟਵੀਨ ਹਿਜ਼ ਫਿੰਗਰਸ। ਉਸ ਦੀਆਂ ਉਂਗਲਾਂ ਦੇ ਵਿੱਚ ਕੀ ਹੈ? ਇੱਕ 50 ਰੁਪਏ ਦਾ ਨੋਟ ਸੀ। ਮਾਈ ਹਾਰਟ ਸੈਂਕ। ਮੇਰਾ ਦਿਲ ਹੀ ਡੁੱਬ ਗਿਆ। ਆਈ ਥਾਟ ਆਈ ਹੈਡ ਬੀਨ ਡਿਸਕਵਰਡ। ਮੈਂ ਕੀ ਸੋਚਿਆ ਕਿ ਮੇਰੇ ਬਾਰੇ ਸ਼ਾਇਦ ਪਤਾ ਲੱਗ ਗਿਆ ਹੈ, ਅਨਿਲ ਨੂੰ ਪਤਾ ਲੱਗ ਗਿਆ ਹੈ। ਆਈ ਮੇਡ ਸਮ ਮਨੀ ਯੈਸਟਰਡੇ। ਅਨਿਲ ਕੀ ਕਹਿ ਰਿਹਾ ਉਸਨੂੰ? ਆਈ ਮੇਡ ਸਮ ਮਨੀ ਯੈਸਟਰਡੇ ਹੀ ਐਕਸਪਲੇਨਡ। ਚੋਰ ਦੱਸ ਰਿਹਾ ਆਪਾਂ ਨੂੰ ਕਿ ਉਸਨੇ ਕੀ ਕਿਹਾ। ਮੈਨੂੰ 50 ਰੁਪਏ ਦਾ ਨੋਟ ਮੇਰੇ ਵੱਲ ਵਧਾਉਂਦੇ ਹੋਏ ਅਨਿਲ ਨੇ ਕੀ ਕਿਹਾ ਕਿ ਮੈਂ ਕੱਲ ਕੁਝ ਪੈਸੇ ਕਮਾਏ ਸਨ। ਨਾਓ ਯੂ ਵਿਲ ਬੀ ਪੇਡ ਰੈਗੂਲਰਲੀ। ਹੁਣ ਤੈਨੂੰ ਰੈਗੂਲਰਲੀ ਪੇਡ ਦਿੱਤੀ ਜਾਵੇਗੀ, ਤਨਖਾਹ ਦਿੱਤੀ ਜਾਵੇਗੀ। ਮਾਈ ਸਪਿਰਿਟਸ ਰੋਜ਼। ਸਪਿਰਿਟਸ ਰੋਜ਼ ਦਾ ਮਤਲਬ ਕੀ ਹੈ? ਵੀ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਿਆ। ਬਟ ਵੈਨ ਆਈ ਟੁੱਕ ਦਾ ਨੋਟਸ। ਪਰ ਜਦੋਂ ਮੈਂ ਉਹ ਨੋਟ ਲਿਆ ਜੋ ਅਨਿਲ ਨੇ ਇਸ ਨੂੰ 50 ਰੁਪਏ ਦਾ ਨੋਟ ਦਿੱਤਾ ਨਾ, ਕਹਿੰਦਾ ਜਦ ਮੈਂ ਉਹ ਨੋਟ ਲਿਆ ਆਈ ਸੌ ਇਟ ਵਾਜ਼ ਸਟਿਲ ਵੈਟ ਫਰੋਮ ਦਾ ਨਾਈਟਸ ਰੇਨ। ਇਹ ਨੋਟ ਹਾਲੇ ਵੀ ਗਿੱਲਾ ਸੀ। ਫਰੋਮ ਦਾ ਨਾਈਟਸ ਰੇਨ ਕੀ ਹੈ? ਉਸ ਰਾਤ ਦੀ ਬਰਸਾਤ ਦੇ ਕਰਕੇ ਇਹ ਨੋਟ ਹਾਲੇ ਵੀ ਗਿੱਲਾ ਸੀ। ਟੂਡੇ ਵੀ ਵਿਲ ਸਟਾਰਟ ਰਾਈਟਿੰਗ ਸੈਂਟੈਂਸਸ ਹੀ ਸੈਡ। ਅਨਿਲ ਨੇ ਕੀ ਕਿਹਾ ਕਿ ਅੱਜ ਤੋਂ ਆਪਾਂ ਸੈਂਟੈਂਸਸ ਲਿਖਣੇ ਸਟਾਰਟ ਕਰਾਂਗੇ। ਹੀ ਨਿਊ। ਉਹ ਜਾਣਦਾ ਸੀ। ਬਟ ਨੀਦਰ ਹਿਜ਼ ਲਿਪਸ ਨੌਰ ਹਿਜ਼ ਆਈਜ਼ ਸ਼ੋਡ ਐਨੀਥਿੰਗ। ਪਰ ਨਾ ਹੀ ਉਸਦੇ ਬੁੱਲਾਂ ਨੇ ਅਤੇ ਨਾ ਹੀ ਉਸਦੀਆਂ ਅੱਖਾਂ ਨੇ ਕੁਝ ਵੀ ਸ਼ੋਅ ਕੀਤਾ। ਕੀ ਕਹਿ ਰਿਹਾ ਇਹ ਚੋਰ? ਸ਼ਾਇਦ ਅਨਿਲ ਨੂੰ ਇਹ ਗੱਲ ਪਤਾ ਸੀ ਕਿ ਮੈਂ ਉਹ ਪੈਸੇ ਚੋਰੀ ਕੀਤੇ ਸੀ ਅਤੇ ਵਾਪਸ ਰੱਖ ਦਿੱਤੇ ਸੀ, ਪਰ ਨਾ ਤਾਂ ਅਨਿਲ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਅਤੇ ਨਾ ਹੀ ਉਹਦੀਆਂ ਅੱਖਾਂ ਦੇ ਵਿੱਚੋਂ ਇਹ ਸ਼ੋਅ ਹੋ ਰਿਹਾ ਸੀ ਕਿ ਅਨਿਲ ਨੂੰ ਪਤਾ ਸੀ। ਆਈ ਸਮਾਈਲਡ ਐਟ ਅਨਿਲ ਇਨ ਮਾਈ ਮੋਸਟ ਅਪੀਲਿੰਗ ਵੇ। ਮੈਂ ਅਨਿਲ ਦੇ ਵੱਲ ਸਮਾਈਲ ਕੀਤੀ ਆਪਣੇ ਬਹੁਤ ਹੀ ਅਟਰੈਕਟਿਵ ਵੇ ਦੇ ਨਾਲ। ਐਂਡ ਦਾ ਸਮਾਈਲ ਕੇਮ ਬਾਈ ਇਟਸੈਲਫ ਵਿਦਆਊਟ ਐਨੀ ਐਫਰਟ। ਅਤੇ ਜੋ ਇਹ ਸਮਾਈਲ ਸੀ ਬਿਨਾਂ ਕਿਸੇ ਯਤਨ ਤੋਂ ਨਿਕਲ ਰਹੀ ਸੀ ਸਮਾਈਲ। ਜੋ ਅਨਿਲ ਵੀ ਹੈ ਇਸ ਦੇ ਵੱਲ ਸਮਾਈਲ ਕਰ ਰਿਹਾ ਸੀ ਅਤੇ ਇਹ ਜੋ ਲੜਕਾ ਸੀ ਉਹ ਵੀ ਸਮਾਈਲ ਕਰ ਰਿਹਾ ਸੀ। ਇਹ ਜੋ 15 ਸਾਲ ਦਾ ਲੜਕਾ ਸੀ ਨਾ, ਇਹ ਇੱਕ ਚੋਰ ਸੀ ਜਿਵੇਂ ਆਪਾਂ ਨੂੰ ਪਤਾ ਹੀ ਹੈ, ਪਰ ਅਨਿਲ ਦੇ ਪੋਜ਼ਿਟਿਵ ਐਟੀਟਿਊਡ ਦੇ ਨਾਲ ਇਸ ਦੇ ਵਿਵਹਾਰ ਵਿੱਚ ਕੀ ਹੈ ਬਦਲਾਅ ਆ ਗਿਆ ਸੀ। ਹੁਣ ਦੇਖੋ ਇਹ ਲੜਕਾ ਚੰਗਾ ਵੀ ਕੀ ਸੀ, ਚੋਰੀ ਨਹੀਂ ਹੁਣ ਕਰਨਾ ਚਾਹੁੰਦਾ ਸੀ। ਇਹ ਸਮਝ ਗਿਆ ਸੀ ਕਿ ਚੋਰੀ ਕਰਨਾ ਕੀ ਹੈ, ਇੱਕ ਬੁਰੀ ਗੱਲ ਹੈ, ਕਿਸ ਦਾ ਵਿਸ਼ਵਾਸ ਤੋੜਨਾ। ਪੜ੍ਹਨਾ ਲਿਖਣਾ ਚਾਹੁੰਦਾ ਸੀ ਤੇ ਇੱਕ ਵੱਡਾ ਇਨਸਾਨ ਬਣਨਾ ਚਾਹੁੰਦਾ ਸੀ ਤਾਂ ਕਿ ਉਹ ਮਿਹਨਤ ਕਰਕੇ ਪੈਸੇ ਕਮਾ ਸਕੇ। ਤੇ ਇਹ ਜੋ ਕੀ ਹੈ ਬਦਲਾਅ ਕਿਹਦੇ ਕਰਕੇ ਆਇਆ ਸੀ? ਅਨਿਲ ਦੇ ਕਰਕੇ ਹੀ ਆਇਆ ਸੀ। ਇਸ ਤਰ੍ਹਾਂ ਸਾਨੂੰ ਕੀ ਹੈ ਵੀ ਕਿਸ ਤਰ੍ਹਾਂ ਸਾਡਾ ਜੋ ਪੋਜ਼ਿਟਿਵ ਐਟੀਟਿਊਡ ਹੈ ਕਿਸ ਤਰ੍ਹਾਂ ਕਿਸੇ ਨੂੰ ਬਦਲ ਸਕਦਾ ਹੈ, ਕਿਸ ਦਾ ਜੀਵਨ ਹੀ ਬਦਲ ਸਕਦਾ ਹੈ। ਇਹ ਸਭ ਕੁਝ ਆਪਾਂ ਨੂੰ ਇਸ ਲੈਸਨ ਦੇ ਵਿੱਚ ਸਿੱਖਣ ਲਈ ਮਿਲਿਆ। So with this we have come to an end of this chapter. Thank you for watching this video. If you liked it, press the bell icon and like button also and subscribe this channel for new videos. Thanks students.